ਸਤਿ ਸ਼੍ਰੀ ਅਕਾਲ ਜੀ। ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਵਾਈ ਪੰਜਾਬ ਦੇ ਉੱਤੇ। ਜਿਵੇਂ ਕਿ ਆਪਾਂ ਪੰਜਾਬੀ ਵਿਆਕਰਨ ਕਰ ਰਹੇ ਹਾਂ ਰਾਜੇ ਬਹੁਤ ਵਧੀਆ ਢੰਗ ਦੇ ਨਾਲ। ਅੱਜ ਉਹਦੇ ਵਿੱਚ ਕਰਨ ਜਾ ਰਹੇ ਹਾਂ ਆਪਾਂ ਕਲਾਸ ਨੰਬਰ 7। ਠੀਕ ਹੈ ਜੀ। ਤੇ ਜਿਵੇਂ ਸਭ ਨੂੰ ਪਤਾ ਰਾਜੇ, ਕਲਾਸ ਜੇ ਤੁਹਾਨੂੰ ਵਧੀਆ ਲੱਗੂਗੀ ਤਾਂ ਐਂਡ ਦੇ ਵਿੱਚ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਤੇ ਕਲਾਸ ਸਟਾਰਟ ਕਰਨ ਤੋਂ ਪਹਿਲਾਂ ਰਾਜੇ ਇੱਕ ਛੋਟੀ ਜੀ ਚੀਜ਼ ਤੁਹਾਨੂੰ ਮੈਂ ਦੱਸਣ ਜਾ ਰਿਹਾ। ਇੱਕ ਮੇਰੇ ਬਹੁਤ ਹੀ ਖਾਸ, ਚਲੋ ਸਾਰੇ ਸਟੂਡੈਂਟ ਹੀ ਬਹੁਤ ਖਾਸ ਹੁੰਦੇ ਆ, ਤੇ ਇੱਕ ਬਹੁਤ ਖਾਸ ਸਟੂਡੈਂਟ ਇੰਦਰ ਰੂਪ ਜੀ ਵੱਲੋਂ ਕੁਐਸਚਨ ਆਇਆ ਸੀਗਾ ਕਾਰਕ ਦੇ ਉੱਪਰ। ਤੇ ਕਾਰਕ ਨੂੰ ਦੇਖੋ, ਜਦੋਂ ਕੋਈ ਬੱਚਾ ਡਾਊਟ ਪੁੱਛਦਾ ਰਾਜੇ, ਉਹਦਾ ਮੈਨੂੰ ਬੜੀ ਖੁਸ਼ੀ ਹੁੰਦੀ। ਉਹਦਾ ਕਾਰਨ ਕੀ ਹੁੰਦਾ ਕਿ ਡਾਊਟ ਬੱਚਾ ਉਦੋਂ ਪੁੱਛਦਾ ਜਦੋਂ ਬੜੇ ਧਿਆਨ ਦੇ ਨਾਲ ਕਲਾਸ ਦੇਖਦਾ ਹੈ। ਤਾਂ ਮੈਨੂੰ ਉਸ ਚੀਜ਼ ਦੀ ਬੜੀ ਖੁਸ਼ੀ ਹੁੰਦੀ ਹੈ ਕਿ ਬੱਚੇ ਨੇ ਇੰਨੇ ਧਿਆਨ ਨਾਲ ਕਲਾਸ ਦੇਖੀ ਹੈ, ਤੇ ਜੇ ਉਹਦਾ ਡਾਊਟ ਹੈਗਾ ਉਹਦਾ ਡਾਊਟ ਕਲੀਅਰ ਕਰਨਾ ਮੇਰਾ ਫਰਜ਼ ਹੈ। ਤਾਂ ਚਲੋ ਜੀ ਆਪਾਂ ਦੇਖਦੇ ਹਾਂ ਉਹਦਾ ਡਾਊਟ ਕੀ ਸੀਗਾ। ਤਾਂ ਡਾਊਟ ਜੋ ਮੈਂ ਕਰਵਾਇਆ ਕਾਰਕ, ਮੈਂ ਕਾਰਕ ਪਹਿਲਾਂ ਹੀ ਦੱਸਿਆ ਥੋੜਾ ਜਿਹਾ ਡਿਫਿਕਲਟ ਟੌਪਿਕ ਹੈ, ਪਰ ਉਹਦੇ ਵਿੱਚ ਵੀ ਦੇਖੋ ਵੈਸੇ ਤਾਂ ਮੈਂ ਆਪਦੇ ਵੱਲੋਂ ਬਹੁਤ ਵਧੀਆ ਕਰਵਾਇਆ, ਪਰ ਕਿਤੇ ਨਾ ਕਿਤੇ ਕਮੀ ਰਹਿ ਜਾਂਦੀ ਹੈ। ਜਿਹੜੀ ਮੈਂ ਐਗਜ਼ਾਮਪਲ ਲਈ ਸੀਗੀ ਕਰਮ ਕਾਰਕ ਤੇ ਸੰਪਾਦਨ ਕਾਰਕ ਦੇ ਵਿੱਚੋਂ ਲਗਭਗ ਸੇਮ ਜੀ ਹੋ ਗਈ, ਜਿਸ ਕਾਰਨ ਕਰਕੇ ਉਹਨਾਂ ਨੂੰ ਥੋੜਾ ਜਿਹਾ ਕਲੀਅਰ ਨਹੀਂ ਹੋਇਆ। ਤਾਂ ਅੱਜ ਆਪਾਂ ਨਵੀਂ ਉਦਾਹਰਨ ਦੇ ਨਾਲ ਉਹਨੂੰ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗੇ। ਤੇ ਤੁਹਾਡਾ ਵੀ ਕੋਈ ਡਾਊਟ ਹੁੰਦਾ ਰਾਜੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਆ ਕਰੋ, ਜਾਂ ਮੈਨੂੰ ਪਰਸਨਲੀ WhatsApp ਕਰ ਸਕਦੇ ਹੋ। ਤਾਂ ਸਟਾਰਟ ਕਰਦੇ ਹਾਂ ਰਾਜੇ। ਹੁਣ ਮੈਂ ਕਾਰਕ ਇੱਕ ਵਾਰੀ ਰਿਵਾਈਜ਼ ਕਰਵਾ ਰਿਹਾ। ਕਾਰਕ ਰਿਵਾਈਜ਼ ਕਰਾਉਣ ਦਾ ਕਾਰਨ ਇਹੀ ਹੈ ਕਿ ਕਾਰਕ ਦੇ ਵਿੱਚੋਂ ਬਹੁਤ ਕੁਐਸਚਨ ਆਉਂਦੇ ਆ। ਹੁਣ ਮੈਂ ਉਸ ਦਿਨ ਕਰਵਾਇਆ ਸੀ, ਪਹਿਲਾਂ ਕਰਤਾ ਕਾਰਕ ਕਰਾਇਆ ਸੀਗਾ। ਕਰਤਾ ਕਾਰਕ ਕੌਣ ਹੁੰਦਾ ਰਾਜਾ? ਜਿਹੜਾ ਜਿਹੜਾ ਕੰਮ ਕਰਨ ਵਾਲਾ ਹੁੰਦਾ ਹੈ। ਠੀਕ ਹੈ, ਕਰਤਾ ਕਾਰਕ ਕਿਹਨੂੰ ਕਹਿੰਦੇ ਆ? ਜਿਹੜਾ ਕੰਮ ਕਰਦਾ, ਕੰਮ ਕਰਨ ਵਾਲਾ ਹੁੰਦਾ। ਜਿਵੇਂ ਕੌਣ, ਕਿਸਨੇ, ਹਨਾ। ਹੁਣ ਜਿਵੇਂ ਕਹਿੰਦਾ ਜੀ ਗੁਰਜੀਤ ਖੇਡਦਾ ਹੈ। ਹੁਣ ਇਹਦੇ ਵਿੱਚ ਜਿਹੜਾ ਗੁਰਜੀਤ ਸ਼ਬਦ ਹੈਗਾ ਰਾਜੇ, ਉਹ ਕੀ ਆ? ਇੱਕ ਕਰਤਾ ਕਾਰਕ ਹੈ। ਗੁਰਜੀਤ ਨੇ ਰੋਟੀ ਖਾਧੀ, ਗੁਰਜੀਤ ਨੇ ਦੁੱਧ ਪੀਤਾ, ਰਾਜੂ ਨੇ ਦੁੱਧ ਪੀਤਾ। ਤਾਂ ਇਹ ਜਿਹੜੇ ਸ਼ਬਦ ਹੈਗੇ ਰਾਜੇ ਗੁਰਜੀਤ, ਰਾਜੂ ਵਗੈਰਾ, ਇਹ ਕੀ ਹੋ ਗਏ? ਤੁਹਾਡੇ ਕਰਤਾ ਕਾਰਕ ਹੋ ਗਏ, ਜਿਨ੍ਹਾਂ ਨੇ ਕੰਮ ਕੀਤਾ ਹੈ। ਹੁਣ ਉਹਨਾਂ ਦਾ ਜਿਹੜਾ ਡਾਊਟ ਸੀਗਾ ਰਾਜੇ, ਉਹ ਸੀਗਾ ਕਰਮ ਕਾਰਕ ਦੇ ਵਿੱਚ ਤੇ ਸੰਪਾਦਨ ਕਾਰਕ ਦੇ ਵਿੱਚ। ਹੁਣ ਕਰਮ ਕਾਰਕ ਦੇਖੋ ਨਾਮ ਤੋਂ ਕਲੀਅਰ ਹੈ, ਕਰਮ ਤੇ ਕਾਰਕ। ਠੀਕ ਹੈ ਜੀ, ਜਿਸ ਦੇ ਉੱਤੇ ਕੰਮ ਹੋਣਾ। ਹੁਣ ਜਿਸ ਚੀਜ਼ ਦੇ ਉੱਪਰ ਕੰਮ ਹੋਣਾ ਨੂੰ ਕੀ ਕਹਿ ਦਾਂਗੇ ਆਪਾਂ? ਕਰਮ ਕਾਰਕ ਕਹਿ ਦਾਂਗੇ। ਜਾਂ ਫਿਰ ਜਿਸ ਦੇ ਉੱਪਰ ਕਿਰਿਆ ਦਾ ਅਸਰ ਪਊਗਾ। ਜੇ ਆਪਾਂ ਕੋਈ ਵੀ ਕੰਮ ਕਰਦੇ ਆ ਤਾਂ ਦੂਜੀ ਚੀਜ਼ ਤੇ ਕੀ ਹੋਊਗਾ? ਉਸਦਾ ਅਸਰ ਪਊਗਾ। ਕਹਿੰਦਾ ਜੀ ਜਿਸ ਤੇ ਕੰਮ ਕੀਤਾ ਜਾਂਦਾ ਹੈ ਜਾਂ ਫਿਰ ਜਿਸ ਉੱਤੇ ਕਿਰਿਆ ਦਾ ਅਸਰ ਪੈਂਦਾ ਹੈ, ਉਹਨੂੰ ਆਪਾਂ ਕੀ ਕਹਿੰਦੇ ਆ? ਕਰਮ ਕਾਰਕ। ਤਾਂ ਹੁਣ ਜ਼ਰੂਰੀ ਨਹੀਂ ਹੈਗਾ ਇੱਕ ਵਾਕ ਦੇ ਵਿੱਚ ਇੱਕ ਤੋਂ ਵੱਧ ਕਰਮ ਕਾਰਕ ਹੋ ਸਕਦੇ ਆ। ਹੁਣ ਜਿਵੇਂ ਕਹਿੰਦਾ ਜੀ ਗੁਰਜੀਤ ਨੇ ਰੋਟੀ ਖਾਧੀ। ਹੁਣ ਗੁਰਜੀਤ ਜਦੋਂ ਰੋਟੀ ਖਾਂਦਾ ਰਾਜੇ, ਉਹਦਾ ਅਸਰ ਕਿਤੇ ਹੁੰਦਾ? ਰੋਟੀ ਤੇ ਹੁੰਦਾ, ਹਨਾ। ਗੁਰਜੀਤ ਜਦੋਂ ਖਾਂਦਾ, ਕੰਮ ਕਿਤੇ ਹੋਣਾ? ਰੋਟੀ ਤੇ ਹੋਣਾ। ਤਾਂ ਕੰਮ ਕਿੱਥੇ ਹੋ ਰਿਹਾ? ਰੋਟੀ ਤੇ ਹੋ ਰਿਹਾ। ਤਾਂ ਪਹਿਲੇ ਸ਼ਬਦ ਦੇ ਵਿੱਚ ਕੀ ਆ ਕਿ ਰੋਟੀ ਦੇ ਉੱਤੇ ਕੰਮ ਹੋ ਰਿਹਾ। ਤੇ ਜਿਹੜਾ ਰੋਟੀ ਸ਼ਬਦ ਹੋ ਗਿਆ ਉਹ ਕੀ ਹੋ ਗਿਆ ਰਾਜੇ? ਤੁਹਾਡਾ ਕਰਮ ਕਾਰਕ ਹੋ ਗਿਆ। ਪਹਿਲੀ ਚੀਜ਼ ਕਲੀਅਰ ਹੋ ਗਈ। ਹੁਣ ਦੂਜੇ ਵਾਕ ਦੇ ਵਿੱਚ ਕੀ ਆ? ਕਹਿੰਦਾ ਜੀ ਗੁਰਜੀਤ ਨੇ ਹਰਜੀਤ ਨੂੰ ਰੋਟੀ ਦਿੱਤੀ। ਹੁਣ ਇਹਦੇ ਵਿੱਚ ਗੁਰਜੀਤ ਕੀ ਕਰ ਰਿਹਾ? ਰੋਟੀ ਫੜਾ ਰਿਹਾ। ਕਿਹਨੂੰ ਫੜਾ ਰਿਹਾ? ਹਰਜੀਤ ਨੂੰ। ਤਾਂ ਕਿਹਦੇ ਤੇ ਅਸਰ ਹੋ ਰਿਹਾ ਰਾਜੇ? ਹਰਜੀਤ ਨੂੰ। ਠੀਕ ਹੈ, ਜਿਹੜਾ ਹਰਜੀਤ ਨੂੰ ਸ਼ਬਦ ਹੋ ਗਿਆ ਉਹ ਕੀ ਹੋ ਗਿਆ? ਤੁਹਾਡਾ ਕਰਮ ਕਾਰਕ ਹੋ ਗਿਆ। ਪਰ ਇਹਦੇ ਵਿੱਚ ਇੱਕ ਕਰਮ ਕਾਰਕ ਹੋਰ ਪਿਆ, ਕੀ? ਰੋਟੀ। ਕਿਉਂਕਿ ਕੀ ਅਸਰ ਕਿਤੇ ਹੋਣਾ? ਰੋਟੀ ਤੇ ਵੀ ਹੋਣਾ। ਤੇ ਇਹਦੇ ਵਿੱਚ ਦੋ ਕਰਮ ਕਾਰਕ ਹੋ ਗਏ, ਹਰਜੀਤ ਨੂੰ ਤੇ ਰੋਟੀ। ਠੀਕ ਹੈ ਜੀ, ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ ਕਰਮ ਕਾਰਕ। ਜੇ ਨਹੀਂ ਕਲੀਅਰ ਹੁੰਦਾ ਤਾਂ ਤੁਹਾਨੂੰ ਮੈਂ ਅੱਗੇ ਜਾ ਕੇ ਇਹਦਾ ਇੱਕ ਟ੍ਰਿਕ ਦੱਸ ਕੇ ਜਾਊਂਗਾ। ਟ੍ਰਿਕ ਦੇ ਨਾਲ ਤੁਹਾਨੂੰ ਹੋਰ ਜ਼ਿਆਦਾ ਕਲੀਅਰ ਹੋ ਜਾਊਗਾ। ਇੱਕ ਟ੍ਰਿਕ ਹੈਗੀ ਹੈ ਕਰਮ ਕਾਰਕ ਨੂੰ ਸਮਝਣ ਵਾਸਤੇ, ਉਹ ਮੈਂ ਅੱਗੇ ਦੱਸਦਾ। ਠੀਕ ਹੈ, ਚਲੋ ਮੈਂ ਹੁਣੇ ਦੱਸ ਦਿੰਦਾ ਥੋੜਾ ਜਿਹਾ। ਕਰਮ ਕਾਰਕ ਨੂੰ ਜਦੋਂ ਤੁਸੀਂ ਆਇਡੈਂਟੀਫਾਈ ਕਰਨਾ ਹੋਵੇ ਤਾਂ ਹਮੇਸ਼ਾ ਇਹਨੂੰ ਕੀ ਕਰਨਾ ਨਾ, ਇਹਨੂੰ ਕਨਵਰਟ ਕਰ ਲੈਣਾ ਕੁਐਸਚਨ ਦੇ ਵਿੱਚ, ਪ੍ਰਸ਼ਨਵਾਚਕ ਦੇ ਵਿੱਚ ਕਨਵਰਟ ਕਰ ਲੈਣਾ। ਹੁਣ ਜਿਵੇਂ ਤੁਸੀਂ ਇਹਦੇ ਵਿੱਚ ਇਹ ਪ੍ਰਸ਼ਨ ਲਗਾ ਲੈਣਾ ਕਿ ਗੁਰਜੀਤ ਨੇ ਕੀ ਖਾਧਾ, ਜਾਂ ਐਂ ਕਹਿੰਦੇ ਗੁਰਜੀਤ ਨੇ ਕੀ ਖਾਧਾ। ਤਾਂ ਉਹਦਾ ਆਨਸਰ ਜੋ ਆਊਗਾ ਰਾਜੇ, ਉਹ ਕੀ ਹੋਊਗਾ? ਤੁਹਾਡਾ ਕਰਮ ਕਾਰਕ ਹੋਊਗਾ। ਗੁਰਜੀਤ ਨੇ ਕੀ ਖਾਧਾ? ਰੋਟੀ। ਜਿਵੇਂ ਮੰਨ ਲਓ ਕਹਿੰਦਾ ਰਾਜੂ ਨੇ ਦੁੱਧ ਪੀਤਾ। ਰਾਜੂ ਨੇ ਕੀ ਪੀਤਾ? ਦੁੱਧ। ਤਾਂ ਜੋ ਆਨਸਰ ਆ ਰਿਹਾ ਰਾਜੇ ਆਪਣਾ ਕੀ ਹੋਊਗਾ ਰਾਜੇ? ਉਹ ਕਰਮ ਕਾਰਕ ਹੋਊਗਾ। ਹੁਣ ਜਿਵੇਂ ਆਪਾਂ ਕਹਿ ਦਈਏ ਗੁਰਜੀਤ ਨੇ ਕਿਸ ਨੂੰ ਰੋਟੀ ਦਿੱਤੀ, ਤਾਂ ਕਿਹਨੂੰ ਦਿੱਤੀ ਹੈ? ਹਰਜੀਤ ਨੂੰ। ਤਾਂ ਮੇਰਾ ਕੀ ਆਨਸਰ ਆ ਗਿਆ ਰਾਜੇ? ਹਰਜੀਤ ਨੂੰ ਆਨਸਰ ਆ ਗਿਆ। ਤਾਂ ਇਹਨੂੰ ਕੁਐਸਚਨ ਮਾਰਕ ਦੇ ਵਿੱਚ ਕੀ ਕਰ ਲਿਆ ਕਰੋ? ਕਨਵਰਟ ਕਰ ਲਿਆ ਕਰੋ। ਤਾਂ ਤੁਹਾਨੂੰ ਉੱਥੇ ਜਿਹੜਾ ਆਨਸਰ ਆਊਗਾ ਉਹ ਕੀ ਆਊਗਾ? ਕਰਮ ਕਾਰਕ ਆਊਗਾ। ਕਰਨ ਕਰਕੇ ਆਪਾਂ ਪੜ੍ਹੇ ਰਾਜੇ ਜਿਹਦੇ ਕਰਕੇ ਕੀ ਹੋਊਗਾ? ਜਿਹਦੇ ਰਾਹੀਂ, ਜਾਂ ਸਾਧਨ ਕਹਿ ਸਕਦੇ ਆ, ਜਿਹਦੇ ਰਾਹੀਂ ਕੀ ਹੋਊਗਾ? ਕੰਮ ਹੋਊਗਾ। ਕਹਿੰਦਾ ਜੀ ਉਹ ਪੈਨ ਨਾਲ ਲਿਖਦਾ ਹੈ। ਇੱਥੇ ਪੈਨ ਨਾਲ ਜਿਹੜਾ ਸ਼ਬਦ ਹੈਗਾ ਰਾਜੇ, ਉਹ ਕੀ ਬਣ ਗਿਆ? ਤੁਹਾਡਾ ਕਰਨ ਕਾਰਕ ਬਣ ਗਿਆ। ਸੰਪਾਦਨ ਕਾਰਕ ਤੁਹਾਨੂੰ ਮੈਂ ਦੱਸਿਆ ਸੀ, ਜਦੋਂ ਆਪਾਂ ਕਿਸੇ ਨੂੰ ਕੋਈ ਚੀਜ਼ ਪ੍ਰਦਾਨ ਕਰਦੇ ਆ, ਠੀਕ ਹੈ, ਕਿਸੇ ਵਾਸਤੇ ਜਾਂ ਕਿਸੇ ਲਈ ਕੋਈ ਕੰਮ ਕਰਦੇ ਆ। ਜਿਵੇਂ ਕਹਿੰਦਾ ਜੀ ਪਿਤਾ ਨੇ ਬੱਚੇ ਲਈ ਕਾਪੀ ਖਰੀਦੀ। ਤਾਂ ਜਿਹੜਾ ਬੱਚੇ ਲਈ ਸ਼ਬਦ ਹੈਗਾ ਰਾਜੇ, ਉਹ ਕੀ ਹੋ ਗਿਆ? ਤੁਹਾਡਾ ਸੰਪਾਦਨ ਕਾਰਕ ਹੋ ਗਿਆ। ਤਾਂ ਆਹੀ ਉਹਨਾਂ ਦਾ ਡਾਊਟ ਸੀਗਾ। ਹੁਣ ਮੈਂ ਐਗਜ਼ਾਮਪਲਾਂ ਅਲੱਗ-ਅਲੱਗ ਕਰਵਾਤੀਆਂ। ਅੱਗੇ ਜਿਹੜਾ ਮੈਂ ਕਰਵਾਇਆ ਰਾਜੇ, ਇਹਨੂੰ ਥੋੜਾ ਜਿਹਾ ਹੋਰ ਕਲੀਅਰ ਕਰ ਲੈਂਦੇ ਹਾਂ। ਤੁਸੀਂ ਆਪਣੇ ਆਪ ਦੱਸਣਾ ਮੈਨੂੰ। ਕਰਮ ਕਾਰਕ ਤੇ ਸੰਪਾਦਨ ਕਾਰਕ ਦੀਆਂ ਮੈਂ 2-3 ਐਗਜ਼ਾਮਪਲਾਂ ਲਈਆਂ।
ਕਹਿੰਦਾ ਜੀ ਕੁਲਜੀਤ ਨੇ ਦੁੱਧ ਪੀਤਾ ਵਾਕ ਦੇ ਵਿੱਚ ਕਰਮ ਕਾਰਕ ਦੱਸੋ। ਹੁਣ ਤੁਸੀਂ ਆਪਣੇ ਆਪ ਦੱਸ ਸਕਦੇ ਹੋ ਕਰਮ ਕਾਰਕ। ਜੇ ਨਹੀਂ ਪਤਾ ਲੱਗਦਾ ਇਹਨੂੰ ਕੁਐਸਚਨ ਮਾਰਕ ਦੇ ਵਿੱਚ ਕਨਵਰਟ ਕਰ ਲਓ, ਕਿ ਇਦਾਂ ਕਨਵਰਟ ਕਰ ਲਓ, ਕੁਲਜੀਤ ਨੇ ਕੀ ਪੀਤਾ। ਕੁਲਜੀਤ ਨੇ ਕੀ ਪੀਤਾ, ਆਨਸਰ ਕੀ ਆਊਗਾ ਤੁਹਾਡਾ, ਉੱਤਰ ਕੀ ਆਊਗਾ ਰਾਜੇ, ਉੱਤਰ ਕੀ ਆਊਗਾ ਤੁਹਾਡਾ, ਦੁੱਧ ਆ ਜਾਊਗਾ। ਤੇ ਜਿਹੜਾ ਦੁੱਧ ਹੋਊਗਾ ਰਾਜੇ ਉਹ ਕੀ ਬਣ ਗਿਆ ਤੁਹਾਡਾ, ਕਰਮ ਕਾਰਕ ਬਣ ਗਿਆ। ਆਈ ਹੋਪ ਹੁਣ ਇਸ ਤੋਂ ਜ਼ਿਆਦਾ ਕਲੀਅਰ ਕਰਨ ਦੀ ਜ਼ਰੂਰਤ ਨਹੀਂ ਹੋਊਗੀ। ਤਾਂ ਜੇ ਇੰਦਰਰੂਪ ਜੀ ਤੁਸੀਂ ਦੇਖ ਰਹੇ ਹੋ ਵੀਡੀਓ ਤਾਂ ਕਮੈਂਟ ਕਰਕੇ ਦੱਸ ਦਿਓ ਤੁਹਾਡੇ ਦਿਮਾਗ ਦੇ ਵਿੱਚ ਪੈ ਗਈ ਇਹ ਗੱਲ। ਜੇ ਪੈ ਗਈ ਹੈ ਤਾਂ ਵੈਲ ਐਂਡ ਗੁੱਡ, ਨਹੀਂ ਪੈ ਗਈ ਤਾਂ ਆਪਾਂ ਪਾ ਦਾਂਗੇ। ਅੱਗੇ ਹੁਣ ਤੁਹਾਨੂੰ ਮੈਂ ਦੱਸਦਾ, ਇੱਕ ਤੋਂ ਵੱਧ ਵੀ ਹੋ ਸਕਦੇ ਨੇ। ਜਿਵੇਂ ਕਹਿੰਦਾ ਜੀ ਉਸਨੇ ਕੁਲਜੀਤ ਨੂੰ ਦੁੱਧ ਪਿਆਇਆ, ਠੀਕ ਹੈ। ਹੁਣ ਉਹ ਕਹਿੰਦਾ ਜੀ ਬਾਗ ਦੇ ਵਿੱਚ ਕਰਮ ਕਾਰਕ ਦੱਸਣਾ ਹੈ, ਤਾਂ ਕਰਮ ਕਾਰਕ ਦੋ ਪਏ ਰਾਜੇ, ਤੇ ਇੱਕ ਤਾਂ ਪਿਆ ਜੀ ਕੁਲਜੀਤ ਨੂੰ, ਇੱਕ ਪਿਆ ਦੁੱਧ। ਤਾਂ ਇਹਦਾ ਆਨਸਰ ਕੀ ਆਊਗਾ, ਦੋਨੋਂ ਆਉਣਗੇ। ਇਹ ਮੈਂ ਕੁਐਸਚਨ ਆਪ ਹੀ ਬਣਾਇਆ। ਤਾਂ ਇੱਥੇ ਆਪਾਂ ਫਿਰ ਇਹਨੂੰ ਕਨਵਰਟ ਕਰ ਲੈਣੇ ਪ੍ਰਸ਼ਨਵਾਚਕ ਦੇ ਵਿੱਚ। ਉਸਨੇ ਕਿਸ ਨੂੰ ਦੁੱਧ ਪਿਆਇਆ, ਕਿਸ ਨੂੰ ਪਿਆਇਆ ਭਾਈ ਦੁੱਧ ਉਹਨੇ, ਕੁਲਜੀਤ ਨੂੰ। ਕਿਹਨੂੰ ਪਿਆਇਆ, ਕੁਲਜੀਤ ਨੂੰ। ਤਾਂ ਪੂਰਾ ਸ਼ਬਦ ਆਊਗਾ ਕੁਲਜੀਤ ਨੂੰ ਕਰਕੇ ਕੀ ਆ ਜਾਊਗਾ, ਕਰਮ ਕਾਰਕ ਆ ਜਾਊਗਾ ਤੁਹਾਡਾ। ਦੂਜਾ ਕਹਿ ਦਿੰਦੇ ਆ ਜੀ ਆਪਾਂ, ਦੂਸਰਾ ਕੁਐਸਚਨ ਕੀ ਬਣ ਗਿਆ, ਉਸਨੇ ਕੁਲਜੀਤ ਨੂੰ ਕੀ ਪਿਆਇਆ, ਉਸਨੇ ਕੁਲਜੀਤ ਨੂੰ ਕੀ ਪਿਆਇਆ, ਕੀ ਪਿਆਇਆ ਭਾਈ, ਦੁੱਧ ਪਿਆਇਆ, ਠੀਕ ਹੈ ਜੀ। ਤਾਂ ਇਹਦੇ ਵਿੱਚ ਕੀ ਹੋ ਗਏ, ਦੋ ਕਰਮ ਕਾਰਕ ਹੋ ਗਏ, ਕੁਲਜੀਤ ਨੂੰ ਤੇ ਦੁੱਧ। ਤਾਂ ਅਗਲਾ ਆਨਸਰ ਤੁਸੀਂ ਆਪਣੇ ਆਪ ਕਰਨਾ ਕਮੈਂਟ ਦੇ ਵਿੱਚ, ਮੈਂ ਨਹੀਂ ਦੱਸੂਗਾ। ਇਹ ਹੈਗਾ ਜੀ ਸੰਪਾਦਨ ਕਾਰਕ ਤੋਂ। ਕਹਿੰਦਾ ਜੀ ਭਗਤ ਸਿੰਘ ਜੀ ਨੇ ਦੇਸ਼ ਦੀ ਖਾਤਰ ਜਾਨ ਕੁਰਬਾਨ ਕਰ ਦਿੱਤੀ। ਤਾਂ ਵਾਕ ਦੇ ਵਿੱਚ ਸੰਪਰਦਾਨ ਕਾਰਕ ਕਿਹੜਾ ਹੈਗਾ, ਸੌਰੀ ਸੰਪਾਦਨ ਕਾਰਕ ਮੈਂ ਬੋਲ ਗਿਆ, ਸੰਪਰਦਾਨ ਕਾਰਕ, ਠੀਕ ਹੈ। ਤਾਂ ਸੰਪਰਦਾਨ ਕਾਰਕ ਕਿਹੜਾ ਹੈਗਾ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਣਾ, ਸਪੈਸ਼ਲੀ ਇੰਦਰਰੂਪ ਜੀ। ਕਿਉਂਕਿ ਜੇ ਤੁਹਾਨੂੰ ਕਲੀਅਰ ਹੋ ਗਿਆ ਤਾਂ ਫਿਰ ਇਹਦਾ ਮਤਲਬ ਕਿ ਬਾਕੀਆਂ ਨੂੰ ਵੀ ਕਲੀਅਰ ਹੈ, ਠੀਕ ਹੈ। ਕਿਉਂਕਿ ਡਾਊਟ ਤੁਹਾਡਾ ਸੀਗਾ, ਤੁਹਾਨੂੰ ਕਲੀਅਰ ਹੋਣਾ ਜ਼ਿਆਦਾ ਜ਼ਰੂਰੀ ਹੈ। ਤਾਂ ਤੁਸੀਂ ਮੈਨੂੰ ਹੁਣ ਕਮੈਂਟ ਕਰਨਾ ਇਹਦੇ ਵਿੱਚੋਂ ਸੰਪਰਦਾਨ ਕਾਰਕ ਕਿਹੜਾ ਹੈਗਾ, ਪਿਛਲੇ ਮੈਂ ਕਰਵਾਤੇ। ਤਾਂ ਇਹਦੇ ਵਿੱਚ ਦੱਸਣਾ ਤੁਸੀਂ ਭਗਤ ਸਿੰਘ ਜੀ ਹੈ, ਦੇਸ਼ ਦੀ ਖਾਤਰ ਜਾਨ ਜਾਂ ਕੁਰਬਾਨ, ਤੁਸੀਂ ਦੱਸਣਾ ਮੈਨੂੰ ਕਮੈਂਟ ਦੇ ਵਿੱਚ। ਤਾਂ ਚਲੋ ਜੀ ਅੱਜ ਦਾ ਟੌਪਿਕ ਸਟਾਰਟ ਕਰਨ ਜਾ ਰਹੇ ਹਾਂ, ਠੀਕ ਹੈ। ਤਾਂ ਚਲੋ ਅੱਗੇ ਵੀ ਹੈਗੇ ਰਾਜੇ, ਦੇਖੋ ਜਿਵੇਂ ਮੈਂ ਪਿਛਲੇ ਜਿਵੇਂ ਚਾਰ ਕਰਾਤੇ ਆ ਤੁਹਾਨੂੰ, ਠੀਕ ਹੈ ਜੀ। ਕਰਤਾ ਕਾਰਕ, ਕਰਮ ਕਾਰਕ, ਕਰਨ ਕਾਰਕ, ਸੰਪਾਦਨ ਕਾਰਕ, ਐਵੇਂ ਰਾਜੇ ਮੈਂ ਅੱਗੇ ਤੁਹਾਨੂੰ ਕਰਵਾਏ ਸੀਗੇ। ਅਪਾਦਨ ਕਾਰਕ, ਜਦੋਂ ਕੋਈ ਚੀਜ਼ ਕਿਸੇ ਨਾਲ ਟੁੱਟ ਜਾਂਦੀ ਆ, ਵੱਖ ਹੋ ਜਾਂਦੀ ਆ। ਜਿਵੇਂ ਜਲੰਧਰ ਤੋਂ ਚਿੱਠੀ ਆਈ ਹੈ, ਜਲੰਧਰ ਤੋਂ ਚੱਲ ਕੇ ਆਈ ਹੈ ਤੇ ਜਲੰਧਰ ਤੋਂ ਕੀ ਹੋ ਗਈ, ਵੱਖ ਹੋ ਗਈ। ਅਲਮਾਰੀ ਵਿੱਚੋਂ ਕੱਪੜੇ ਬਾਹਰ ਕੱਢੋ, ਕੱਪੜੇ ਅਲਮਾਰੀ ਤੋਂ ਬਾਹਰ ਨਿਕਲ ਰਹੇ ਨੇ, ਠੀਕ ਹੈ ਜੀ। ਸੰਬੰਧ ਕਾਰਕ, ਜਿਹੜਾ ਕਿ ਕੋਈ ਸੰਬੰਧ ਦੱਸੇ, ਮਾਲਕੀ ਦੱਸੇ। ਜਿਵੇਂ ਰਵੀ ਦੀ ਪੈਂਟ ਨੀਲੇ ਰੰਗ ਦੀ ਹੈ, ਇਹ ਮੇਰਾ ਘਰ ਹੈ, ਇਹ ਮੇਰਾ ਸਕੂਟਰ ਹੈ, ਇਹ ਮੇਰਾ ਕੀ ਦੱਸ ਰਿਹਾ, ਸੰਬੰਧ ਦੱਸ ਰਿਹਾ। ਅਧਿਕਰਨ ਕਾਰਕ ਕੀ ਹੁੰਦਾ ਰਾਜੇ, ਜਿਹਦਾ ਕੋਈ ਆਸਰਾ ਲਿਆ ਜਾਵੇ, ਜਾਂ ਠੀਕ ਹੈ ਜੀ। ਜਿਵੇਂ ਕਹਿੰਦਾ ਜੀ ਕੁੜੀ ਛੱਤ ਉੱਤੇ ਬੈਠੀ ਹੈ, ਠੀਕ ਹੈ। ਸੰਬੋਧਨ ਕਾਰਕ, ਜਿਵੇਂ ਆਪਾਂ ਕਿਸੇ ਨੂੰ ਬੁਲਾਉਣ ਵਾਸਤੇ ਜਿਵੇਂ ਕਹਿ ਦਿੰਦੇ ਆ, ਓਏ ਨੀ ਵੇ, ਹੇ ਪ੍ਰਮਾਤਮਾ ਮਿਹਰ ਕਰੀ, ਹਾਏ ਓ ਰੱਬਾ, ਠੀਕ ਹੈ। ਤਾਂ ਇਹ ਸਭ ਕੁਝ ਕੀ ਹੋ ਗਏ ਤੁਹਾਡੇ ਸੰਬੋਧਨ ਕਾਰਕ ਹੋ ਗਏ। ਬਾਕੀ ਡਿਟੇਲ ਵਾਸਤੇ ਵੀਡੀਓ ਦੇਖ ਲਿਓ, ਜਿਹੜੇ ਉਹਨਾਂ ਦਾ ਡਾਊਟ ਸੀਗਾ ਉਹ ਆਪਾਂ ਕਲੀਅਰ ਕਰਤਾ। ਤਾਂ ਅੱਜ ਦਾ ਟੌਪਿਕ ਹੈਗਾ ਬਹੁਤ ਖਾਸ, ਕਿਉਂਕਿ ਆਪਾਂ ਵਿਸ਼ੇਸ਼ਣ ਪੜ੍ਹ ਚੁੱਕੇ ਹਾਂ, ਕਿਰਿਆ ਵੀ ਪੜ੍ਹ ਚੁੱਕੇ ਹਾਂ, ਤੇ ਅੱਜ ਪੜ੍ਹਨਾ ਜੀ ਕਿਰਿਆ ਪਲੱਸ ਵਿਸ਼ੇਸ਼ਣ, ਜਿਹਨੂੰ ਆਪਾਂ ਕਹਿ ਦਿੰਦੇ ਆ ਐਡਵਰਬ, ਠੀਕ ਹੈ ਜੀ। ਹੁਣ ਦੇਖੋ ਜਿਹੜਾ ਕਿਰਿਆ ਤੇ ਵਿਸ਼ੇਸ਼ਣ ਜਿਹੜੇ ਹੈਗੇ ਦੋ ਵੱਖ-ਵੱਖ ਸ਼ਬਦ ਨੇ ਰਾਜੇ। ਕਿਹੜੇ-ਕਿਹੜੇ ਸ਼ਬਦ ਨੇ, ਇੱਕ ਕਿਰਿਆ ਤੇ ਇੱਕ ਵਿਸ਼ੇਸ਼ਣ। ਕਹਿੰਦਾ ਜੀ ਕਿਰਿਆ ਵਿਸ਼ੇਸ਼ਣ ਦੋ ਵੱਖ-ਵੱਖ ਸ਼ਬਦ ਸ਼੍ਰੇਣੀਆਂ ਹਨ, ਜੋ ਦੋਵੇਂ ਮਿਲ ਕੇ ਇੱਕ ਵੱਖਰੀ ਸ਼ਬਦ ਸ਼੍ਰੇਣੀ ਕਿਰਿਆ ਵਿਸ਼ੇਸ਼ਣ ਬਣਾਉਂਦੀ ਹੈ। ਤਾਂ ਇਸ ਦੇ ਆਧਾਰ ਤੇ ਆਪਾਂ ਕੀ ਕਹਿ ਸਕਦੇ ਹਾਂ ਰਾਜੇ, ਜੋ ਸ਼ਬਦ ਕਿਰਿਆ ਅਤੇ ਵਿਸ਼ੇਸ਼ਣਾਂ ਦੇ ਅਰਥਾਂ ਨੂੰ ਵਿਸ਼ੇਸ਼ਤਾ ਪ੍ਰਦਾਨ ਕਰਨ, ਠੀਕ ਹੈ ਜੀ। ਜੋ ਸ਼ਬਦ ਕਿਰਿਆ ਅਤੇ ਵਿਸ਼ੇਸ਼ਣਾਂ ਦੇ ਅਰਥਾਂ ਨੂੰ ਵਿਸ਼ੇਸ਼ਤਾ ਪ੍ਰਦਾਨ ਕਰਨ, ਉਹਨੂੰ ਕੀ ਕਵਾਂਗੇ ਆਪਾਂ, ਕਿਰਿਆ ਵਿਸ਼ੇਸ਼ਣ ਕਵਾਂਗੇ। ਜਿਵੇਂ ਆਪਾਂ ਕਹਿ ਦਈਏ ਜਰਨੈਲ ਤੇਜ਼ ਤੁਰਦਾ ਹੈ। ਹੁਣ ਤੁਰਦਾ ਸ਼ਬਦ ਨੂੰ ਜਿਹੜਾ ਸਪੈਸ਼ਲ ਕੌਣ ਬਣਾ ਰਿਹਾ, ਤੇਜ਼। ਹੁਣ ਤੁਰਦੇ ਤਾਂ ਸਾਰੇ ਹੈਗੇ ਆ, ਮੈਂ ਵੀ ਤੁਰਦਾ, ਤੁਸੀਂ ਵੀ ਤੁਰਦੇ ਹੋ, ਪਰ ਮੈਂ ਤੁਹਾਡੇ ਨਾਲ ਤੇਜ਼ ਤੁਰਦਾ, ਮਤਲਬ ਕਿ ਜਿਹੜਾ ਤੇਜ਼ ਸ਼ਬਦ ਕੀ ਕਰ ਰਿਹਾ, ਉਹ ਆਮ ਤੋਂ ਖਾਸ ਬਣਾ ਰਿਹਾ ਹੈ। ਕਹਿੰਦਾ ਜੀ ਮਨਜੀਤ ਬਹੁਤ ਹੁਸ਼ਿਆਰ ਹੈ। ਹੁਸ਼ਿਆਰ ਸ਼ਬਦ ਤਾਂ ਸਾਰੇ ਨੇ, ਮੰਨ ਲਓ ਕਲਾਸ ਦੇ ਵਿੱਚ 10 ਬੱਚੇ ਹੁਸ਼ਿਆਰ ਨੇ, ਪਰ ਬਹੁਤ ਹੁਸ਼ਿਆਰ ਹੈ ਮਤਲਬ ਕਿ ਬਾਕੀਆਂ ਨਾਲੋਂ ਵੀ ਹੁਸ਼ਿਆਰ ਹੈ, ਤੇਜ਼ ਹੈ, ਹੁਸ਼ਿਆਰ ਸਭ ਤੋਂ ਵੱਧ ਹੁਸ਼ਿਆਰ ਹੈ। ਤੇ ਜਿਹੜੇ ਸ਼ਬਦ ਕੀ ਕਰਦੇ ਨੇ, ਕਿਰਿਆ ਦੇ ਵਿੱਚ ਜਾ ਕੇ ਵਿਸ਼ੇਸ਼ਣ ਨੂੰ ਵੀ, ਕਿਰਿਆ ਤੇ ਵਿਸ਼ੇਸ਼ਣ ਦੋਨਾਂ ਨੂੰ ਕੀ ਕਰ ਦਿੰਦੇ ਆ, ਇੱਕ ਵਿਸ਼ੇਸ਼ਤਾ ਪ੍ਰਦਾਨ ਕਰ ਦਿੰਦੇ, ਉਹਨੂੰ ਕੀ ਕਹਿ ਦਾਂਗੇ ਆਪਾਂ, ਕਿਰਿਆ ਵਿਸ਼ੇਸ਼ਣ ਕਹਿ ਦਾਂਗੇ। ਤਾਂ ਚਿੰਤਾ ਨਾ ਕਰੋ, ਇੱਕ ਡੈਫੀਨੇਸ਼ਨ ਹੋਰ ਕਰਾਉਣਾ ਮੈਂ, ਜੇ ਨਹੀਂ ਸਮਝ ਆਈ, ਇਹ ਬੇਸਿਕ ਡੈਫੀਨੇਸ਼ਨ ਸੀਗੀ, ਇਹ ਮੈਂ ਆਪ ਬਣਾਈ ਹੈ। ਜਿਹੜੀ ਕਿਤਾਬਾਂ ਦੇ ਵਿੱਚ ਮਿਲਦੀ ਆ ਉਹ ਕੀ ਮਿਲਦੀ ਹੈ, ਕਹਿੰਦਾ ਜੀ ਜਿਹੜਾ ਸ਼ਬਦ ਕਿਰਿਆ ਦੇ ਹੋਣ ਦਾ ਸਮਾਂ, ਸਥਾਨ, ਕਾਰਨ, ਢੰਗ, ਤਰੀਕਾ ਦੱਸੇ, ਉਹਨੂੰ ਕੀ ਕਹਿ ਦਾਂਗੇ, ਕਿਰਿਆ ਵਿਸ਼ੇਸ਼ਣ, ਹਨਾ ਜੀ। ਹੁਣ ਕਿਰਿਆ ਕੀ ਹੁੰਦੀ ਹੈ ਰਾਜੇ, ਕਿਰਿਆ ਤੁਹਾਨੂੰ ਪਤਾ ਹੀ ਹੈ, ਤੁਹਾਨੂੰ ਮੈਂ ਦੱਸਿਆ ਕਿਰਿਆ ਤਾਂ ਹੁੰਦੀ ਹੈ, ਕਿਰਿਆ ਦੇ ਨਾਲ ਉਹਦੀ ਕੀ ਦੱਸ ਦਵੇ, ਵਿਸ਼ੇਸ਼ਤਾ ਦੱਸ ਦਵੇ। ਹੁਣ ਦੇਖੋ ਕਿਰਿਆ ਕੀ ਹੁੰਦੀ ਹੈ, ਕੰਮ ਕਰਨਾ, ਤੇ ਨਾਲ ਉਹਦੀ ਵਿਸ਼ੇਸ਼ਤਾ ਦੱਸ ਦੂਗਾ। ਤਾਂ ਕਿਰਿਆ ਦੀ ਵਿਸ਼ੇਸ਼ਤਾ, ਜਿਹੜੀ ਚੀਜ਼ ਕਿਰਿਆ ਦੀ ਵਿਸ਼ੇਸ਼ਤਾ ਪ੍ਰਗਟ ਕਰੂਗੀ, ਉਹਨੂੰ ਆਪਾਂ ਕੀ ਕਹਿ ਦਾਂਗੇ, ਕਿਰਿਆ ਵਿਸ਼ੇਸ਼ਣ।
ਹੁਣ ਜਿਵੇਂ ਕਹਿੰਦਾ ਜੀ ਰਾਜੂ ਨੇ ਬੂਹਾ ਖੋਲਿਆ, ਇਹ ਇੱਕ ਆਮ ਸ਼ਬਦ ਹੈ, ਪਰ ਰਾਜੂ ਨੇ ਬੂਹਾ ਹੌਲੀ ਜਿਹੀ ਖੋਲਿਆ, ਤਾਂ ਇਹਦੇ ਵਿੱਚ ਜਿਹੜਾ ਸ਼ਬਦ ਹੌਲੀ ਆ ਗਿਆ ਰਾਜੇ, ਕੀ ਬਣ ਗਿਆ? ਇੱਕ ਕਿਰਿਆ ਵਿਸ਼ੇਸ਼ਣ ਬਣ ਗਿਆ। ਕਹਿੰਦਾ ਜੀ ਉਹ ਕਮਰੇ ਵਿੱਚ ਗਿਆ, ਉਹ ਕਮਰੇ ਵਿੱਚ ਕਾਲੀ ਨਾਲ ਗਿਆ, ਤਾਂ ਜਿਹੜਾ ਕਾਲੀ ਸ਼ਬਦ ਆ ਰਿਹਾ ਰਾਜੇ ਕੀ ਕਰ ਰਿਹਾ? ਇੱਕ ਵਿਸ਼ੇਸ਼ਤਾ ਪ੍ਰਗਟ ਕਰ ਰਿਹਾ, ਤਾਂ ਇਹ ਕੀ ਬਣ ਗਿਆ ਜੀ? ਕਿਰਿਆ ਵਿਸ਼ੇਸ਼ਣ। ਸੀਤਾ ਗਾਉਂਦੀ ਹੈ, ਸੀਤਾ ਬਹੁਤ ਸੁਰੀਲਾ ਗਾਉਂਦੀ ਹੈ, ਠੀਕ ਹੈ ਜੀ। ਜਿਹੜਾ ਸੁਰੀਲਾ ਸ਼ਬਦ ਆ ਗਿਆ ਇੱਥੇ ਕੀ ਬਣਾ ਗਿਆ? ਇਹਨੂੰ ਕਿਰਿਆ ਵਿਸ਼ੇਸ਼ਣ ਬਣਾ ਗਿਆ। ਤਰਸੇਮ ਸਕੂਲ ਤੋਂ ਆਇਆ ਹੈ, ਤਰਸੇਮ ਸਕੂਲ ਤੋਂ ਹੁਣੇ ਆਇਆ ਹੈ, ਠੀਕ ਹੈ। ਤੇ ਇਹਦੇ ਵਿੱਚ ਸਮਾਂ, ਸਥਾਨ, ਕਾਰਨ, ਢੰਗ, ਤਰੀਕਾ ਸਭ ਕੁਝ ਦੱਸ ਰਿਹਾ ਰਾਜੇ। ਤਾਂ ਦੋਨਾਂ ਵਾਕਾਂ ਦੇ ਵਿੱਚ ਕੀ ਆ? ਆਪਣੇ ਕੋਲੇ ਭਿੰਨਤਾ ਆ ਰਹੀ ਹੈ, ਡਿਫਰੈਂਸ ਆ ਰਿਹਾ। ਤਾਂ ਇਹ ਡਿਫਰੈਂਸ ਕਿਹਦੇ ਕਰਕੇ ਆ ਰਿਹਾ? ਕਿਰਿਆ ਵਿਸ਼ੇਸ਼ਣ ਕਰਕੇ ਆ ਰਿਹਾ, ਠੀਕ ਹੈ ਜੀ। ਜਿਹੜੇ ਪਹਿਲਾ ਵਾਕ ਹੈਗਾ ਇਹ ਸਧਾਰਨ ਵਾਕ ਹੈ, ਇਹ ਕਿਰਿਆ ਵਿਸ਼ੇਸ਼ਣ ਵਾਲਾ ਵਾਕ ਹੈ। ਤੇ ਇਹਦੇ ਵਿੱਚ ਸ਼ਬਦ ਜਿਹੜੇ ਹੈਗੇ ਹੌਲੀ, ਕਾਲੀ, ਸੁਰੀਲਾ, ਹੁਣੇ ਜਿਹੜੇ ਸ਼ਬਦ ਹੈਗੇ ਰਾਜੇ ਕੀ ਕਰ ਦਿੰਦੇ ਆ? ਇਹਨੂੰ ਸਧਾਰਨ ਤੋਂ ਖਾਸ ਬਣਾ ਦਿੰਦੇ ਆ, ਆਮ ਤੋਂ ਖਾਸ, ਸਧਾਰਨ ਤੋਂ ਵਿਸ਼ੇਸ਼ ਬਣਾ ਦਿੰਦੇ ਆ। ਤਾਂ ਇਸ ਕਰਕੇ ਇਹ ਸ਼ਬਦ ਕੀ ਨੇ? ਕਿਰਿਆ ਵਿਸ਼ੇਸ਼ਣ ਨੇ, ਠੀਕ ਹੈ ਜੀ। ਆਈ ਹੋਪ ਤੁਹਾਨੂੰ ਸਾਰਾ ਕੁਝ ਚੰਗੀ ਤਰ੍ਹਾਂ ਸਮਝ ਆ ਰਿਹਾ ਹੋਊਗਾ ਰਾਜੇ। ਜੇ ਨਹੀਂ ਸਮਝ ਆ ਰਿਹਾ ਕੋਈ ਚੱਕਰ ਨਹੀਂ ਹੈਗਾ, ਵੀਡੀਓ ਨੂੰ ਰਿਪੀਟ ਕਰ ਲਿਓ, ਬਾਕੀ ਕਮੈਂਟ ਬਾਕਸ ਦੇ ਵਿੱਚ ਦੱਸ ਦਿਓ ਜੇ ਕਿਤੇ ਕਮੀ ਪੇਸ਼ੀ ਲੱਗੂਗੀ। ਤਾਂ ਜਿਹੜੇ ਕਿਰਿਆ ਵਿਸ਼ੇਸ਼ਣ ਹੁੰਦੇ ਆ ਰਾਜੇ, ਇਹ ਹੁੰਦੇ ਆ ਜੀ ਆਪਣੇ ਕੋਲੇ 8 ਤਰ੍ਹਾਂ ਦੇ। ਇਹ ਬਹੁਤ ਵਾਰੀ ਪੁੱਛਦੇ ਆ ਕਿਰਿਆ ਵਿਸ਼ੇਸ਼ਣ ਕਿੰਨੇ ਤਰ੍ਹਾਂ ਦੇ ਹੁੰਦੇ ਆ। ਦੇਖੋ, ਕਾਲਵਾਚਕ 1 ਨੰਬਰ, ਸਥਾਨਵਾਚਕ, ਪ੍ਰਕਾਰਵਾਚਕ, ਮਿਣਤੀਵਾਚਕ, ਸੰਖਿਆਵਾਚਕ, ਨਿਰਣਾਵਾਚਕ, ਕਾਰਨਵਾਚਕ, ਨਿਸ਼ਚੈਵਾਚਕ। ਤਾਂ ਕਹਿਣ ਦਾ ਭਾਵ ਆਪਣੇ ਕੋਲੇ ਕੀ ਹੈ? 8 ਤਰ੍ਹਾਂ ਦੇ ਕੀ ਨੇ ਆਪਣੇ ਕੋਲੇ? ਕਿਰਿਆ ਵਿਸ਼ੇਸ਼ਣ ਨੇ। ਤਾਂ ਬੜੇ ਸੌਖੇ ਨੇ, ਚਿੰਤਾ ਨਹੀਂ ਕਰਨੀ। ਸਭ ਤੋਂ ਪਹਿਲਾਂ ਕਾਲਵਾਚਕ। ਕਾਲ ਦਾ ਮਤਲਬ ਕੀ ਹੁੰਦਾ? ਸਮਾਂ। ਇਹਨੂੰ ਪੰਜਾਬੀ 'ਚ ਆਪਾਂ ਕਹਿ ਦਾਂਗੇ ਕਦੋਂ, ਠੀਕ ਹੈ। ਕਦੋਂ ਕਹਿ ਦਿੰਦੇ ਆਪਾਂ ਵੀ ਤੂੰ ਕਦੋਂ ਸਕੂਲੋਂ ਆਇਆ? ਉਹ ਕਹਿੰਦਾ ਜੀ ਮੈਂ ਦੁਪਹਿਰੇ ਆਇਆ, ਸ਼ਾਮੀ ਆਇਆ, ਸਵੇਰੇ ਆਇਆ। ਕਦੋਂ ਮਤਲਬ ਕੀ ਹੁੰਦਾ? ਕਾਲ, ਠੀਕ ਹੈ। ਕਾਲ ਦਾ ਮਤਲਬ ਕੀ ਹੁੰਦਾ? ਸਮਾਂ। ਕਾਲ ਦਾ ਮਤਲਬ ਕੀ ਹੁੰਦਾ ਰਾਜੇ? ਸਮਾਂ। ਤਾਂ ਕਾਲਵਾਚਕ ਕੀ ਹੋ ਗਿਆ ਜੀ? ਜਿਹੜਾ ਕਿਰਿਆ ਦੇ ਹੋਣ ਦਾ ਸਮਾਂ ਪ੍ਰਗਟ ਕਰਨਗੇ। ਬਹੁਤ ਸੌਖਾ ਹੈ। ਜਿਹੜੀ ਕਿਰਿਆ ਹੋ ਰਹੀ ਹੈ ਉਹ ਕਿਸ ਸਮੇਂ ਦੇ ਵਿੱਚ ਹੋ ਰਹੀ ਹੈ, ਉਹਨੂੰ ਪ੍ਰਗਟ ਕਰਨ ਨੂੰ ਕੀ ਕਹਿ ਦਾਂਗੇ ਆਪਾਂ? ਕਾਲਵਾਚਕ ਕਿਰਿਆ ਵਿਸ਼ੇਸ਼ਣ ਕਹਿ ਦਾਂਗੇ। ਜਿਵੇਂ ਹੁਣੇ, ਠੀਕ ਹੈ। ਕੁਝ ਦੇਸੀ ਸ਼ਬਦ ਵੀ ਆ ਜਾਣਗੇ। ਹੁਣੇ, ਭਲਕੇ। ਭਲਕੇ ਦਾ ਮਤਲਬ ਹੁੰਦਾ ਕੱਲ, ਠੀਕ ਹੈ। ਇਹ ਆਪਣੀ ਜਿਹੜੀ ਪੰਜਾਬੀ ਲੈਂਗੁਏਜ ਹੈ, ਇਹਦੇ ਵਿੱਚ ਕੁਝ ਸ਼ਬਦ ਜਿਹੜੇ ਹੈਗੇ ਆ ਲੋਪ ਹੋ ਚੁੱਕੇ ਆ। ਉਹ ਲੋਪ ਹੋਣ ਦਾ ਕਾਰਨ ਇਹੀ ਹੈ ਕਿ ਆਪਾਂ ਘਰਾਂ ਦੇ ਵਿੱਚ ਥੋੜਾ ਜਿਹਾ ਮਾਡਰਨਪਨ ਲੈ ਕੇ ਆ ਗਏ। ਆਪਾਂ ਪੰਜਾਬੀ ਬੋਲਣ ਤੋਂ ਕੀ ਕਰਦੇ ਹਾਂ? ਗੁਰੇਜ਼ ਕਰਦੇ ਹਾਂ। ਤਾਂ ਭਲਕੇ, ਪਰਸੋਂ, ਕੱਲ, ਰਾਤੋਂ ਰਾਤ, ਠੀਕ ਆ, ਹਰ ਰੋਜ਼, ਕਦੇ ਕਦਾਈ। ਕਦੇ ਕਦਾਈ ਦਾ ਮਤਲਬ ਕੀ ਹੁੰਦਾ? ਕਦੇ ਕਦੇ, ਠੀਕ ਹੈ। ਮੈਂ ਕਦੇ ਕਦਾਈ ਚੰਡੀਗੜ੍ਹ ਜਾ ਆਉਣਾ ਜਦੋਂ ਪੇਪਰ ਮੇਰਾ ਹੁੰਦਾ। ਤਾਂ ਕਹਿਣ ਦਾ ਮਤਲਬ ਜਿਹੜੇ ਸਮੇਂ ਦਾ ਬੋਧ ਕਰਾਉਣਗੇ ਕਿਰਿਆ ਦੇ, ਉਹਨੂੰ ਕਹਿ ਦਾਂਗੇ ਜੀ ਕਿਰਿਆ, ਕਾਲਵਾਚਕ ਕਿਰਿਆ ਵਿਸ਼ੇਸ਼ਣ। ਤਾਂ ਠੀਕ ਹੈ ਜੀ। ਇਹ ਦੂਜੀ ਡੈਫੀਨੇਸ਼ਨ ਵੀ ਲਿਖੀ ਗਈ ਹੈ, ਤੁਸੀਂ ਇਹਨੂੰ ਵੀ ਪੜ੍ਹ ਸਕਦੇ ਹੋ, ਠੀਕ ਹੈ। ਤਾਂ ਆਪਾਂ ਸਪੈਸ਼ਲੀ ਹੁਣ ਕੀ ਪੜ੍ਹਦੇ ਆ? ਸ਼ਬਦ ਪੜ੍ਹਦੇ ਆ, ਵਾਕ ਪੜ੍ਹਦੇ ਆ। ਸੀਤਾ ਸਵੇਰੇ ਮੰਦਿਰ ਜਾਵੇਗੀ। ਤਾਂ ਸੀਤਾ ਮੰਦਿਰ ਜਾਵੇਗੀ, ਲੇਕਿਨ ਕਦੋਂ ਜਾਊਗੀ? ਆਪਣੇ ਕੋਲੇ ਸਮੇਂ ਦਾ ਬੋਧ ਕਰਾ ਰਹੀ ਹੈ, ਸਵੇਰੇ। ਤਾਂ ਸਵੇਰੇ ਸ਼ਬਦ ਕੀ ਬਣ ਗਿਆ ਤੁਹਾਡਾ? ਕਾਲਵਾਚਕ ਕਿਰਿਆ ਵਿਸ਼ੇਸ਼ਣ ਬਣ ਗਿਆ। ਰਮਨ ਹੁਣੇ ਆਇਆ ਹੈ, ਜਿਹੜਾ ਹੁਣੇ ਸ਼ਬਦ ਹੈਗਾ ਰਾਜੇ ਕੀ ਬਣ ਗਿਆ ਤੁਹਾਡਾ? ਕਾਲਵਾਚਕ ਕਿਰਿਆ ਵਿਸ਼ੇਸ਼ਣ ਬਣ ਗਿਆ। ਤਾਂ ਇਹ ਬਹੁਤ ਸੌਖਾ ਸੀ, ਤੁਹਾਨੂੰ ਸਮਝ ਲੱਗ ਗਿਆ ਹੋਊਗਾ। ਇਹਨੂੰ ਦਿਮਾਗ 'ਚ ਰੱਖ ਲੈਣਾ। ਕਾਲਵਾਚਕ ਦਾ ਮਤਲਬ ਕੀ ਹੈ? ਕਦੋਂ, ਕਦੋਂ, ਠੀਕ ਹੈ ਜੀ, ਕਦੋਂ। ਤਾਂ ਅਗਲਾ ਆ ਗਿਆ ਜੀ ਸਥਾਨਵਾਚਕ। ਨਾਮ ਤੋਂ ਕਲੀਅਰ ਹੈ। ਸਥਾਨ ਦਾ ਮਤਲਬ ਕੀ ਹੁੰਦਾ? ਕਿੱਥੇ। ਇਹਨੂੰ ਦਿਮਾਗ 'ਚ ਯਾਦ ਕੀ ਰੱਖਣਾ ਤੁਸੀਂ? ਕੀ ਰੱਖਣਾ ਰਾਜੇ? ਕਿੱਥੇ, ਠੀਕ ਹੈ। ਕਿੱਥੇ ਦਾ ਮਤਲਬ ਕੀ ਹੁੰਦਾ? ਕਿ ਜਿਹੜੀ ਚੀਜ਼ ਹੈਗੀ ਆ ਉਹ ਕਿੱਥੇ ਹੈ, ਕਿੱਥੇ ਵਾਪਰ ਰਹੀ ਹੈ, ਜਿਹੜੀ ਕਿਰਿਆ ਹੋ ਰਹੀ ਹੈ ਉਹਦਾ ਸਥਾਨ ਦਾ ਗਿਆਨ ਕਰਾਊਗੀ, ਠੀਕ ਹੈ। ਕਹਿੰਦਾ ਜੀ ਸ਼ਬਦਾਂ ਦੇ ਕਿਰਿਆ ਦੇ ਹੋਣ ਦੇ ਸਥਾਨ ਦਾ ਗਿਆਨ ਹੋਵੇ। ਜਿਵੇਂ ਕਹਿ ਦਈਏ ਘਰ, ਬਾਜ਼ਾਰ, ਇੱਧਰ ਉੱਧਰ, ਪਿੱਛੇ, ਸੱਜੇ ਖੱਬੇ, ਆਮਣੇ ਸਾਹਮਣੇ, ਜੋ ਮਰਜ਼ੀ ਕਹਿ ਲਓ, ਠੀਕ ਹੈ ਜੀ। ਅੰਦਰ ਬਾਹਰ। ਜਿਵੇਂ ਉਹ ਕਹਿੰਦਾ ਜੀ ਉਹ ਅੰਦਰ ਪੜ੍ਹਦੇ ਹਨ, ਤਾਂ ਪੜ੍ਹਦੇ ਪਏ ਨੇ, ਪਰ ਕਿੱਥੇ ਪੜ੍ਹਦੇ ਪਏ ਆ? ਅੰਦਰ ਪੜ੍ਹਦੇ ਪਏ ਆ, ਠੀਕ ਹੈ। ਜਿਵੇਂ ਮੈਂ ਕਹਿ ਦਵਾਂ ਮੈਂ ਛੱਤ ਉੱਪਰ ਖੜਾ ਸੀ, ਤਾਂ ਕਿੱਥੇ ਖੜਾ? ਮੈਂ ਛੱਤ ਦੇ ਉੱਪਰ ਖੜਾ। ਬਬੀਤਾ ਦੋਵਾਂ ਦੇ ਵਿਚਕਾਰ ਬੈਠੀ ਹੈ। ਬਬੀਤਾ ਕਿੱਥੇ ਬੈਠੀ ਹੈ? ਦੋਵਾਂ ਸਹੇਲੀਆਂ ਦੇ ਵਿਚਕਾਰ ਬੈਠੀ ਹੈ। ਤੇ ਜਿਹੜਾ ਵਿਚਕਾਰ ਸ਼ਬਦ ਹੋ ਗਿਆ, ਅੰਦਰ ਸ਼ਬਦ ਹੋ ਗਿਆ, ਮੈਂ ਛੱਤ ਉੱਤੇ ਖੜਾ, ਛੱਤ ਸ਼ਬਦ ਹੋ ਗਿਆ। ਇਹ ਜਿਹੜੇ ਸ਼ਬਦ ਹੋ ਗਏ ਰਾਜੇ ਕੀ ਕਰਦੇ? ਤੁਹਾਡੇ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਦਾ ਕੰਮ ਕਰਦੇ ਨੇ। ਚਲੋ ਜੀ ਅੱਗੇ ਚੱਲਦੇ ਹਾਂ ਆਪਾਂ। ਸਥਾਨਵਾਚਕ ਤੋਂ ਬਾਅਦ ਗੱਲ ਕਰਦੇ ਹਾਂ ਜੀ ਸੰਖਿਆਵਾਚਕ, ਕਹਿ ਦਿੰਦੇ ਆ ਗਿਣਤੀਵਾਚਕ। ਤਾਂ ਇਹਨੂੰ ਆਪਾਂ ਕਹਿ ਦਾਂਗੇ ਕਿੰਨਾ। ਆਪਾਂ ਕਹਿ ਦਿੰਦੇ ਆ ਯਾਰ ਤੇਰੇ ਕੋਲ ਕਿੰਨਾ ਪੈਸਾ ਹੈ, ਤੇਰੇ ਕੋਲ ਕਿੰਨਾ ਕੁ ਪੈਟਰੋਲ ਹੈ, ਤੇਰੇ ਸਕੂਟੀ ਦੇ ਵਿੱਚ ਕਿੰਨਾ ਕੁ ਪੈਟਰੋਲ ਹੈ। ਤਾਂ ਜਿਹੜੇ ਗਿਣਤੀ ਜਾਂ ਮਿਣਤੀ, ਸੌਰੀ ਮਿਣਤੀ ਤਾਂ ਅੱਗੇ ਆਊਗੀ, ਜਿਹੜੇ ਗਿਣਤੀ ਦੀ ਕੀ ਕਰਨਾ ਆਪਾਂ ਨੂੰ ਕੋਲੇ ਸੰਖਿਆ ਜਾਂ ਗਿਣਤੀ ਦਾ ਕੀ ਕਰਾਉਣ? ਬੋਧ ਕਰਾਉਣ ਕਿਰਿਆ ਦੇ, ਉਹਨੂੰ ਕੀ ਕਹਿ ਦਾਂਗੇ ਆਪਾਂ? ਕਿਰਿਆ ਵਿਸ਼ੇਸ਼ਣ। ਸੰਖਿਆਵਾਚਕ ਕਿਰਿਆ ਵਿਸ਼ੇਸ਼ਣ। ਕਹਿੰਦਾ ਜੀ ਜਿਹੜੇ ਕਿਰਿਆ ਵਿਸ਼ੇਸ਼ਣ ਤੋਂ ਕਿਰਿਆ ਦੀ ਸੰਖਿਆ ਹੋ ਗਈ, ਗਿਣਤੀ ਹੋ ਗਈ, ਉਹਦੀ ਜਾਣਕਾਰੀ ਮਿਲੀ, ਉਹਨੂੰ ਆਪਾਂ ਕਹਿ ਦਾਂਗੇ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ। ਜਿਵੇਂ ਆਪਾਂ ਕਹਿ ਦਿੰਦੇ ਹਾਂ ਦੁਬਾਰਾ, ਘੜੀ ਮੂੜੀ, ਇੱਕੋ ਇੱਕ, ਕਈ ਵਾਰ, ਮੁੜ ਮੁੜ ਕੇ, ਕਦੇ ਕਦਾਈ, 4 ਵਾਰ, ਠੀਕ ਹੈ। ਤਾਂ ਜਿਹੜੇ ਆਪਾਂ ਨੂੰ ਕੀ ਕਰਾਉਣਗੇ? ਗਿਣਤੀ ਦਾ ਬੋਧ ਕਰਾਉਣਗੇ। ਜਿਵੇਂ ਕਹਿੰਦਾ ਜੀ ਇੱਕੋ ਇੱਕ, ਸੌਰੀ ਇੱਕ ਇੱਕ ਕਰਕੇ ਬੱਸ ਵਿੱਚ ਚੜੋ, ਠੀਕ ਹੈ। ਇਹਦਾ ਮਤਲਬ ਕੀ ਹੈ ਕਿ ਇੱਕ ਇੱਕ ਕਰਕੇ ਆਪਾਂ ਨੂੰ ਗਿਣਤੀ ਦੱਸ ਰਿਹਾ
ਵੀ ਇੱਕ ਇੱਕ ਕਰਕੇ ਚਲੋ, मतलब कि कला कला चलो बस ਦੇ ਉੱਪਰ। ठीक है। ਹਰਮਨ ਦੁਬਾਰਾ ਦਿੱਲੀ ਗਿਆ ਹੈ। ਦੁਬਾਰਾ मतलब ਕੀ ਆ ਕਿ ਉਹ ਇੱਕ ਵਾਰੀ ਗਿਆ ਪਲੱਸ ਦੂਜੀ ਵਾਰੀ ਜਾ ਰਿਹਾ, ਤਾਂ ਆਪਾਂ ਨੂੰ ਗਿਣਤੀ ਦਾ ਬੋਧ ਹੋ ਰਿਹਾ। ਇੱਥੇ ਜਿਹੜੇ ਸ਼ਬਦ ਆ ਗਿਆ ਇੱਕ ਇੱਕ ਤੇ ਦੁਬਾਰਾ, ਇਹ ਕੀ ਬਣ ਗਏ ਤੁਹਾਡੇ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਜਾਂ ਗਿਣਤੀਵਾਚਕ ਕਿਰਿਆ ਵਿਸ਼ੇਸ਼ਣ ਬਣ ਗਏ ਹੈ, ਜਿਹਨੂੰ ਦਿਮਾਗ 'ਚ ਕੀ ਰੱਖਣਾ, ਕਿੰਨਾ। ਠੀਕ ਹੈ ਜੀ, ਇਹ ਦਿਮਾਗ ਦੇ ਵਿੱਚ ਰੱਖਣਾ। ਅਗਲਾ ਆ ਗਿਆ ਜੀ ਮਿਣਤੀਵਾਚਕ। ਇੱਕ ਤਾਂ ਚੀਜ਼ ਆਪਾਂ ਕਾਊਂਟ ਕਰਦੇ, ਇੱਕ ਆਪਾਂ ਮਿਣਦੇ ਆ। ਜਿਵੇਂ ਆਪਾਂ ਕਹਿ ਦਿੰਦੇ ਆ 2 ਲੀਟਰ ਦੁੱਧ, ਥੋੜਾ ਜਿਹਾ ਦੁੱਧ, ਪੌਣਾ ਲੀਟਰ ਦੁੱਧ, ਪੌਣਾ ਦੁੱਧ, ਤਾਂ ਇਹ ਮਤਲਬ ਦੁੱਧ ਕਹਿ ਲਓ, ਪਾਣੀ ਕਹਿ ਲਓ, ਤੇਲ ਕਹਿ ਲਓ, ਜਿਹਨੂੰ ਆਪਾਂ ਮਿਣਤੀ ਕਰਦੇ ਆ। ਤਾਂ ਜਿਹੜੇ ਕਿਰਿਆ ਵਿਸ਼ੇਸ਼ਣ ਤੋਂ ਕਹਿੰਦਾ ਕਿਰਿਆ ਦੀ ਕੰਮ ਦੀ ਮਿਣਤੀ ਜਾਂ ਮਿਕਦਾਰ ਬਾਰੇ ਜਾਣਕਾਰੀ ਮਿਲੇ, ਉਹਨੂੰ ਕੀ ਕਹਿ ਦਾਂਗੇ ਆਪਾਂ, ਮਿਣਤੀਵਾਚਕ। ਤਾਂ ਠੀਕ ਹੈ ਜੀ, ਇਹਦੇ ਵਿੱਚ ਕਹਿ ਦਿੰਦੇ ਆ ਜਿਵੇਂ ਜਰਾ ਕੁ ਮਤਲਬ ਬਹੁਤ ਥੋੜਾ, ਠੀਕ ਹੈ, ਘੱਟ। ਤਾਂ ਕਹਿੰਦਾ ਜੀ ਸੁਰਜੀਤ ਨੂੰ ਥੋੜਾ ਪਾਣੀ ਚਾਹੀਦਾ ਹੈ। ਥੋੜਾ ਮਤਲਬ ਹੁਣ ਇਹ ਨਹੀਂ ਪਤਾ ਵੀ ਅੱਧਾ ਲੀਟਰ ਚਾਹੀਦਾ ਹੈ, ਲੀਟਰ ਚਾਹੀਦਾ ਹੈ, 5 ਲੀਟਰ ਚਾਹੀਦਾ ਹੈ। ਜੱਗ ਵਿੱਚ ਦੁੱਧ ਘੱਟ ਹੈ, ਹੁਣ ਜੱਗ ਦੇ ਵਿੱਚ ਦੁੱਧ ਪਤਾ ਨਹੀਂ ਹੁਣ ਅੱਧਾ ਲੀਟਰ ਹੈ ਕਿ ਪੌਣਾ ਲੀਟਰ ਹੈ ਕਿ ਪਾਈਆ ਕਿ ਸਵਾ, ਇਹ ਕੁਝ ਨਹੀਂ ਪਤਾ। ਤਾਂ ਇਹ ਜਿਹੜੇ ਸ਼ਬਦ ਹੋ ਗਏ ਥੋੜਾ ਤੇ ਘੱਟ ਸ਼ਬਦ ਹੋ ਗਏ, ਕੀ ਬਣ ਗਏ ਤੁਹਾਡੇ ਮਿਣਤੀਵਾਚਕ ਬਣ ਗਏ। ਇਹਨੂੰ ਆਪਾਂ ਮਿਣ ਸਕਦੇ ਹਾਂ। ਠੀਕ ਹੈ, ਜਿਵੇਂ ਆਪਾਂ ਕਹਿ ਦਈਏ ਮਿਣ ਵਾਸਤੇ। ਠੀਕ ਹੈ ਜੀ, ਜਿਵੇਂ 2 ਫੁੱਟ, ਅੱਧਾ ਫੁੱਟ। ਠੀਕ ਹੈ ਜੀ, ਤਾਂ ਇਹ ਸਾਰੇ ਜਿਹੜੇ ਸ਼ਬਦ ਹੈਗੇ ਰਾਜੇ ਤੁਹਾਡੇ ਕੀ ਬਣ ਗਏ, ਮਿਣਤੀਵਾਚਕ ਕਿਰਿਆ ਵਿਸ਼ੇਸ਼ਣ ਬਣ ਗਏ। ਅੱਗੇ ਗੱਲ ਕਰਦੇ ਹਾਂ ਜੀ ਪ੍ਰਕਾਰਵਾਚਕ। ਠੀਕ ਹੈ ਜੀ, ਕੀ ਕਹਾਂਗੇ ਆਪਾਂ ਅਗਲੇ, ਪ੍ਰਕਾਰਵਾਚਕ। ਪ੍ਰਕਾਰ ਦਾ ਮਤਲਬ ਕੀ ਹੁੰਦਾ, ਕਿਵੇਂ, ਜਿਵੇਂ ਜਿਹੜੇ ਕੋਈ ਢੰਗ ਦੱਸਣ, ਠੀਕ ਹੈ, ਤਰੀਕਾ ਦੱਸਣ। ਠੀਕ ਹੈ ਜੀ, ਜਿਵੇਂ ਆਪਾਂ ਕਹਿ ਦਿੰਦੇ ਯਾਰ ਉਹ ਮਤਲਬ ਕਿ ਕਾਰਨ ਦੱਸਦੇ, ਜਿਵੇਂ ਆਪਾਂ ਕਹਿ ਦਿੰਦੇ ਕਾਰਨ ਮਤਲਬ ਕਿਸ ਕਰਕੇ ਉਹ ਕੰਮ ਹੋਇਆ। ਠੀਕ ਹੈ, ਤਾਂ ਜਿਹੜੇ ਕਹਿੰਦਾ ਜੀ ਕਿਰਿਆ ਵਿਸ਼ੇਸ਼ਣ ਤੋਂ ਕਿਰਿਆ ਦੇ ਕੰਮ ਕਰਨ ਦੇ ਢੰਗ ਜਾਂ ਤਰੀਕੇ ਸੰਬੰਧੀ ਜਾਣਕਾਰੀ ਮਿਲੇ, ਉਹਨੂੰ ਕੀ ਕਹਿ ਦਾਂਗੇ ਆਪਾਂ, ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਕਹਿ ਦਾਂਗੇ। ਜਿਵੇਂ ਉਹ ਕਹਿੰਦਾ ਜੀ ਛੇਤੀ ਚੱਲੋ, ਹੌਲੀ ਹੌਲੀ, ਇਦਾਂ, ਇੰਜ, ਤੇਜ਼, ਰੁਕ ਰੁਕ ਕੇ, ਫਟਾਫਟ। ਜਿਵੇਂ ਕਹਿੰਦਾ ਜੀ ਮੀਂਹ ਰੁਕ ਰੁਕ ਕੇ ਪੈ ਰਿਹਾ, ਤਾਂ ਕਾਰਨ ਕੀ ਹੈ ਰਾਜੇ, ਆਪਣੇ ਕੋਲ ਕੀ ਪਤਾ ਲੱਗਦਾ ਕਿ ਮੀਂਹ ਪੈ ਰਿਹਾ, ਪਰ ਕਿਵੇਂ ਪੈ ਰਿਹਾ, ਰੁਕ ਰੁਕ ਕੇ ਪੈ ਰਿਹਾ। ਠੀਕ ਹੈ, ਤਾਂ ਇਹ ਜਿਹੜਾ ਸ਼ਬਦ ਇੱਥੇ ਰੁਕ ਰੁਕ ਕੇ ਆਇਆ ਉਹ ਕੀ ਬਣ ਗਿਆ, ਪ੍ਰਕਾਰਵਾਚਕ ਬਣ ਗਿਆ। ਹਰਸਿਮਰਨ ਹਰ ਕੰਮ ਫਟਾਫਟ ਕਰਦੀ ਹੈ, ਤਾਂ ਉਹ ਕੰਮ ਬਹੁਤ ਫਾਸਟ ਕਰਦੀ ਹੈ, ਕੀ ਕਰਦੀ ਹੈ, ਫਟਾਫਟ ਕਰਦੀ ਹੈ। ਜਿਹੜਾ ਸ਼ਬਦ ਫਟਾਫਟ ਹੈ ਇੱਥੇ ਕੀ ਕਰ ਰਿਹਾ, ਕਾਹਦਾ ਬੋਧ ਕਰਾ ਰਿਹਾ ਆਪਾਂ ਨੂੰ, ਪ੍ਰਕਾਰਵਾਚਕ ਦਾ ਕਰਵਾ ਰਿਹਾ। ਠੀਕ ਹੈ ਜੀ, ਤਾਂ ਇਹ ਚੀਜ਼ਾਂ ਹੈਗੀਆਂ ਜਿਹੜੀਆਂ ਤੁਹਾਡੀਆਂ ਕੀ ਦੱਸਣਗੀਆਂ ਤੁਹਾਨੂੰ, ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਦੱਸਣਗੀਆਂ। ਠੀਕ ਹੈ, ਪ੍ਰਕਾਰ ਦਾ ਮਤਲਬ ਕੀ ਹੈ, ਕਿਵੇਂ, ਢੰਗ, ਜਾਣਕਾਰੀ। ਅੱਗੇ ਗੱਲ ਕਰਦੇ ਆ ਜੀ ਕਾਰਨਵਾਚਕ। ਠੀਕ ਹੈ ਜੀ, ਅਗਲਾ ਆਪਣਾ ਕੀ ਆ ਗਿਆ ਰਾਜੇ, ਕਾਰਨਵਾਚਕ। ਕਾਰਨਵਾਚਕ ਦਾ ਮਤਲਬ ਕੀ ਹੁੰਦਾ, ਕਾਰਨ ਦਾ ਮਤਲਬ ਕੀ ਹੁੰਦਾ, ਕਿਉਂ। ਠੀਕ ਹੈ, ਜੇ ਆਪਾਂ ਕਿਸੇ ਨੂੰ ਕੋਈ ਕੁਐਸਚਨ ਪੁੱਛਦੇ ਆ, ਤੂੰ ਕਿਉਂ ਨਹੀਂ ਕੱਲ ਆਇਆ, ਤੂੰ ਕਿਉਂ ਪੇਪਰ ਵਿੱਚੋਂ ਫੇਲ ਹੋ ਗਿਆ। ਠੀਕ ਹੈ, ਤਾਂ ਇਹ ਚੀਜ਼ਾਂ ਹੁੰਦੀਆਂ। ਤਾਂ ਕਹਿੰਦਾ ਜੀ ਜਿਹੜੇ ਸ਼ਬਦਾਂ ਤੋਂ ਕਿਰਿਆ ਦੇ ਹੋਣ ਜਾਂ ਨਾ ਹੋਣ ਦਾ ਕਾਰਨ ਪਤਾ ਲੱਗੇ, ਕਾਰਨ ਕੀ ਪਤਾ ਲੱਗੇ, ਪਰ ਉਹ ਕਿਰਿਆ ਹੋ ਰਹੀ ਹੈ ਜਾਂ ਨਾ ਹੋ ਰਹੀ ਹੈ ਉਹਦਾ ਕਾਰਨ ਪਤਾ ਲੱਗ ਜੇ, ਉਹਨੂੰ ਕੀ ਕਵਾਂਗੇ ਆਪਾਂ, ਕਾਰਨਵਾਚਕ। ਜਿਵੇਂ ਕਹਿੰਦਾ ਜੀ ਪ੍ਰਕਾਸ਼ ਆਗਰੇ ਨਹੀਂ ਜਾ ਸਕਦਾ ਕਿਉਂਕਿ ਉਸਨੂੰ ਬੁਖਾਰ ਹੈ, ਤਾਂ ਕਹਿੰਦਾ ਪ੍ਰਕਾਸ਼ ਆਗਰੇ ਨਹੀਂ ਜਾਂਦਾ, ਪਰ ਇਹਦੇ ਵਿੱਚ ਜਿਹੜਾ ਸ਼ਬਦ ਆ ਗਿਆ ਕਿਉਂਕਿ, ਕਿਉਂਕਿ ਉਹਨੂੰ ਬੁਖਾਰ ਹੈ। ਜਿਹੜਾ ਸ਼ਬਦ ਕਿਉਂਕਿ ਆ ਗਿਆ ਇਹਦੇ ਕਰਕੇ ਉਹ ਨਹੀਂ ਜਾ ਸਕਦਾ, ਤਾਂ ਕਿਰਿਆ ਨਹੀਂ ਹੋ ਸਕਦੀ। ਠੀਕ ਹੈ, ਉਹ ਆਗਰੇ ਨਹੀਂ ਜਾ ਸਕਦਾ ਤਾਂ ਕਿਉਂਕਿ ਉਹਨੂੰ ਬੁਖਾਰ ਹੈ, ਤੇ ਜਿਹੜਾ ਕਿਉਂਕਿ ਸ਼ਬਦ ਕੀ ਆ ਗਿਆ ਤੁਹਾਡਾ, ਕਾਰਨਵਾਚਕ ਆ ਗਿਆ। ਹਰਵਿੰਦਰ ਨੇ ਮਿਹਨਤ ਕੀਤੀ ਇਸ ਲਈ ਪਾਸ ਹੋ ਗਿਆ। ਹੁਣ ਇਸ ਲਈ ਜਿਹੜਾ ਸ਼ਬਦ ਆ ਗਿਆ ਰਾਜੇ, ਹੁਣ ਪਾਸ ਕਿਉਂ ਹੋਇਆ, ਕਿਉਂਕਿ ਉਹਨੇ ਮਿਹਨਤ ਕੀਤੀ ਹੈ, ਤਾਂ ਇਸੇ ਲਈ ਪਾਸ ਹੋਇਆ, ਇਸ ਲਈ ਪਾਸ ਹੋਇਆ। ਤਾਂ ਜਿਹੜਾ ਸ਼ਬਦ ਇਸ ਲਈ ਆ ਗਿਆ ਰਾਜੇ ਉਹ ਕੀ ਬਣ ਗਿਆ ਤੁਹਾਡਾ, ਕਾਰਨਵਾਚਕ ਬਣ ਗਿਆ। ਤਾਂ ਕਲੀਅਰ ਹੈ ਜੀ, ਓਕੇ ਹੈ ਜੀ ਕੰਮ। ਤਾਂ ਚਲੋ ਜੀ ਨੈਕਸਟ ਚੱਲਦੇ ਹਾਂ ਆਪਾਂ। ਅਗਲਾ ਆਪਣਾ ਆ ਗਿਆ ਜੀ ਨਿਸ਼ਚੈਵਾਚਕ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਤਕੀਦਵਾਚਕ। ਹੁਣ ਤਕੀਦਵਾਚਕ ਜ਼ਿਆਦਾ ਸ਼ਬਦ ਦੇਖਣ ਨੂੰ ਮਿਲੂਗਾ ਤੁਹਾਨੂੰ। ਨਿਸ਼ਚੈਵਾਚਕ ਤੇ ਤਕੀਦਵਾਚਕ ਦਾ ਮਤਲਬ ਕੀ ਹੁੰਦਾ ਕਿ ਜਿੱਥੋਂ ਆਪਾਂ ਨੂੰ ਕੀ ਮਿਲੇ, ਪੱਕਾ ਨਿਸ਼ਚਿਤ ਮਿਲੇ ਕਿ ਇਹ ਚੀਜ਼ ਹੋਊਗੀ ਹੋਊਗੀ, ਹਨਾ। ਜਿਵੇਂ ਮੰਨ ਲਓ ਕਹਿੰਦਾ ਜੀ ਜਿਸ ਕਿਰਿਆ ਵਿਸ਼ੇਸ਼ਣ ਤੋਂ ਕਿਰਿਆ ਦੇ ਕੰਮ ਦੀ ਪਕਿਆਈ, ਪਕਿਆਈ ਦਾ ਮਤਲਬ ਹੁੰਦਾ ਸ਼ੋਰਟੀ, 100%। ਠੀਕ ਹੈ, ਜਿਵੇਂ ਆਪਾਂ ਕਹਿ ਦਿੰਦੇ ਯਾਰ ਵੀ ਇਸ ਵਾਰੀ ਮੈਂ ਪੱਕਾ ਕੀ ਕਰੂੰਗਾ, ਪੀਟਰ ਪਲੱਸ ਬੋਰਡ ਦਾ ਪੇਪਰ ਕਲੀਅਰ ਕਰੂੰਗਾ ਜਾਂ ਕਲਰਕ ਦਾ ਪੇਪਰ ਕਲੀਅਰ ਕਰੂੰਗਾ, ਐਕਸਾਈਜ਼ ਦਾ ਪੇਪਰ ਕਲੀਅਰ ਕਰੂੰਗਾ, ਤਾਂ ਮੈਂ ਸ਼ੋਰਟੀ ਹੈ ਪੱਕਾ ਕਰੂੰਗਾ ਕਿਉਂਕਿ ਮੈਂ ਮਿਹਨਤ ਕਰ ਰਿਹਾ। ਤਾਂ ਕਹਿੰਦਾ ਜੀ ਜਿਸ ਕਿਰਿਆ ਵਿਸ਼ੇਸ਼ਣ ਤੋਂ ਕਿਰਿਆ ਦੇ ਕੰਮ ਦੀ ਪਕਿਆਈ ਜਾਂ ਤਕੀਦ ਬਾਰੇ ਜਾਣਕਾਰੀ ਮਿਲੇ ਉਸਨੂੰ ਕੀ ਕਹਿ ਦਾਂਗੇ, ਨਿਸ਼ਚੈਵਾਚਕ। ਜਿਵੇਂ ਕਹਿ ਦਿੰਦੇ ਆ ਬੇਸ਼ੱਕ, ਬੇਸ਼ੱਕ ਮੈਂ ਕੱਲ ਆਵਾਂਗਾ। ਠੀਕ ਹੈ ਜੀ, ਜ਼ਰੂਰ, ਮੈਂ ਜ਼ਰੂਰ ਇਸ ਵਾਰੀ ਪੇਪਰ ਪਾਸ ਕਰਾਂਗਾ। ਠੀਕ ਹੈ, ਜਿਵੇਂ ਕਹਿੰਦਾ ਜੀ ਮੈਂ ਕੱਲ ਸਿਨੇਮਾ ਵੇਖਣ ਜ਼ਰੂਰ ਜਾਵਾਂਗਾ, ਤਾਂ ਪੱਕਾ ਉਹਦਾ ਮਨ ਹੈ ਵੀ ਮੈਂ ਜਾਵਾਂਗਾ ਹੀ ਜਾਵਾਂਗਾ। ਤੂੰ ਮੇਰੀ ਗੱਲ ਬਿਲਕੁਲ ਨਹੀਂ ਮੰਨਦਾ। ਠੀਕ ਹੈ ਜੀ, ਬਿਲਕੁਲ ਦਾ ਮਤਲਬ ਕੀ ਹੈ ਕਿ ਪੱਕਾ ਵੀ ਇਹ ਮੇਰੀ ਗੱਲ ਮੰਨਦਾ ਹੀ ਨਹੀਂਗਾ। ਹੁਣ ਜਿਵੇਂ ਮੈਂ ਤੁਹਾਨੂੰ ਕਹਿ ਦਿੰਦਾ ਭਾਈ ਪੰਜਾਬੀ ਇੱਥੋਂ ਹੀ ਕਰ ਲਓ, ਚਿੰਤਾ ਕਰਨ ਦੀ ਜ਼ਰੂਰਤ ਨਹੀਂ, ਪਰ ਠੀਕ ਹੈ ਕਈ ਮੰਨ ਲੈਂਦੇ ਕਈ ਨਹੀਂ ਮੰਨਦੇਗੇ। ਤਾਂ ਇਹ ਚੀਜ਼ਾਂ ਕੀ ਹੋ ਗਈਆਂ ਤੁਹਾਡੀਆਂ, ਤਕੀਦਵਾਚਕ ਹੋ ਗਈਆਂ, ਨਿਸ਼ਚੈਵਾਚਕ ਹੋ ਗਈਆਂ। ਹੁਣ ਜਿਵੇਂ ਮੈਂ ਕਹਿ ਦਿੰਦਾ ਕਲਾਸ ਨੂੰ ਲਾਈਕ ਕਰ ਦਿਓ, ਜਿਹੜੇ ਕਈ ਕਰ ਦਿੰਦੇ ਕਈ ਨਹੀਂ ਕਰਦੇਗੇ, ਤਾਂ ਇਹ ਕੀ ਹੋ ਗਿਆ ਤੁਹਾਡਾ, ਤਕੀਦਵਾਚਕ ਹੋ ਗਿਆ। ਠੀਕ ਹੈ, ਲਾਸਟ ਵਨ ਆ ਗਿਆ ਜੀ ਆਪਣਾ ਨਿਰਣਾਵਾਚਕ। ਠੀਕ ਹੈ ਜੀ, ਨਿਰਣਾਵਾਚਕ ਦਾ ਮਤਲਬ ਕੀ ਹੁੰਦਾ, ਨਿਰਣੇ ਦਾ ਮਤਲਬ ਹੁੰਦਾ ਕੋਈ ਡਿਸੀਜਨ ਲੈਣਾ, ਆਪਾਂ ਕੋਈ ਡਿਸੀਜਨ ਲੈਣੇ ਆ। ਠੀਕ ਹੈ ਜੀ,
ਹੁਣ ਕਹਿੰਦਾ ਜੀ ਜਿਸ ਕਿਰਿਆ ਵਿਸ਼ੇਸ਼ਣ ਤੋਂ ਕਿਰਿਆ ਦੇ ਕੰਮ ਦੇ ਹੋਣ ਜਾਂ ਨਾ ਹੋਣ ਸੰਬੰਧੀ ਅਰਥਾਤ ਕੰਮ ਦੇ ਕੀਤੇ ਜਾ ਸਕਣ ਜਾਂ ਨਾ ਕੀਤੇ ਜਾ ਸਕਣ ਦੇ ਨਿਰਣੇ ਦੇ ਰੂਪ ਵਿੱਚ ਕੋਈ ਜਾਣਕਾਰੀ ਮਿਲੇ। ਪਿਛਲੇ ਵਿੱਚ ਵੀ ਐਂ ਸੇਮ ਸੀਗਾ, ਠੀਕ ਹੈ, ਬਟ ਇਹਦੇ ਵਿੱਚ ਕੀ ਹੈ, ਨਿਰਣਾ ਮਤਲਬ ਕਿ ਆਪਾਂ ਕੋਈ ਨਾ ਕੋਈ ਡਿਸੀਜਨ ਲੈ ਸਕੀਏ। ਹੁਣ ਜਿਵੇਂ ਕਹਿੰਦਾ ਜੀ ਹਾਂ ਮੈਂ ਜ਼ਰੂਰ ਆਵਾਂਗਾ, ਨਾ ਜੀ ਇਹ ਸੌਦਾ ਮੈਨੂੰ ਮਨਜ਼ੂਰ ਨਹੀਂ, ਠੀਕ ਹੈ। ਹੁਣ ਜਿਹੜੇ ਸ਼ਬਦ ਆ ਗਿਆ ਜੀ ਹਾਂ ਜਾਂ ਨਾ ਜੀ, ਇਹ ਕੀ ਬਣ ਗਏ ਤੁਹਾਡੇ ਨਿਰਣਾਵਾਚਕ ਬਣ ਗਏ। ਹੁਣ ਆਪਾਂ ਕੀ ਹੈ ਜੀ, ਇਹਨੇ ਆਪਾਂ ਨੂੰ ਕਹਿਤਾ ਜੀ ਹਾਂ ਮੈਂ ਜ਼ਰੂਰ ਆਵਾਂਗਾ, ਤਾਂ ਆਪਾਂ ਇਥੋਂ ਡਿਸੀਜਨ ਲੈ ਸਕਦੇ ਹਾਂ, ਯਾਰ ਇਹਨੇ ਕਹਿਤਾ ਪੱਕਾ ਵੀ ਇਹ ਆਊਗਾ ਹੀ ਆਊਗਾ। ਨਾ ਜੀ ਇਹ ਸੌਦਾ ਮੈਨੂੰ ਮਨਜ਼ੂਰ ਨਹੀਂ, ਕਹਿੰਦਾ ਮਤਲਬ ਕਿ ਇਹ ਡੀਲ ਨਹੀਂ ਹੋ ਸਕਦੀ। ਇਹ ਕਿਹਨੇ ਦੱਸਿਆ? ਨਾ ਜੀ ਸ਼ਬਦ ਨੇ। ਜੀ ਹਾਂ ਕਿਹਨੇ ਦੱਸਿਆ? ਇਹ ਮੈਂ ਜ਼ਰੂਰ ਆਊਂਗਾ, ਇਹ ਕਿਹਨੇ ਦੱਸਿਆ? ਜੀ ਹਾਂ ਨੇ। ਜਿਵੇਂ ਆਪਾਂ ਕਹਿ ਦਿੰਦੇ ਆ ਬਿਲਕੁਲ ਨਹੀਂ, ਠੀਕ ਹੈ, ਜਿਵੇਂ ਆਪਾਂ ਕਹਿ ਦਿੰਦੇ ਆ ਮੈਨੂੰ ਬਿਲਕੁਲ ਇਹ ਤੇਰੀ ਸ਼ਰਤ ਪਸੰਦ ਨਹੀਂ ਹੈਗੀ ਜਾਂ ਮਨਜ਼ੂਰ ਨਹੀਂ ਹੈਗੀ, ਠੀਕ ਹੈ ਜੀ। ਚੰਗਾ ਜੀ ਮੈਂ ਜ਼ਰੂਰ ਆਵਾਂਗਾ, ਚੰਗਾ ਜੀ ਇਹ ਮੈਨੂੰ ਇਹ ਚੀਜ਼ ਬਹੁਤ ਪਸੰਦ ਆਈ, ਜਾਂ ਕੁਝ ਵੀ ਆਪਾਂ ਕਹਿ ਸਕਦੇ ਹਾਂ ਸ਼ਬਦ। ਤਾਂ ਇੱਥੋਂ ਆਪਾਂ ਕੀ ਲੈ ਸਕਦੇ ਹਾਂ? ਆਪਾਂ ਡਿਸੀਜਨ ਲੈ ਸਕਦੇ ਹਾਂ, ਨਿਰਣੇ ਦੇ ਰੂਪ ਵਿੱਚ ਕੋਈ ਜਾਣਕਾਰੀ ਮਿਲਦੀ ਹੈ ਆਪਾਂ ਨੂੰ, ਠੀਕ ਹੈ ਜੀ। ਤਾਂ ਇਹਨੂੰ ਆਪਾਂ ਕਹਿ ਦਾਂਗੇ ਜੀ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ। ਆਈ ਹੋਪ ਤੁਹਾਨੂੰ ਇਹ ਸਾਰੇ ਕਲੀਅਰ ਹੋ ਗਏ ਹੋਣਗੇ, 8 ਦੇ 8। ਤਾਂ ਹੁਣ ਆਪਾਂ ਕਰਦੇ ਹਾਂ ਜੀ ਕੁਐਸਚਨ। ਆ ਕੁਐਸਚਨ ਤਾਂ ਬਹੁਤ ਸੌਖਾ ਹੈ। ਕਿਰਿਆ ਵਿਸ਼ੇਸ਼ਣ ਕਿੰਨੇ ਤਰ੍ਹਾਂ ਦੇ ਹੁੰਦੇ ਆ? ਤੁਹਾਨੂੰ ਮੈਂ ਦੱਸ ਕੇ ਗਿਆ ਰਾਜੇ, 8 ਤਰ੍ਹਾਂ ਦੇ ਹੁੰਦੇ ਆ, ਇਹ ਤੁਸੀਂ ਮੈਨੂੰ ਦੱਸ ਸਕਦੇ ਹੋ। ਬਾਕੀ ਕਮੈਂਟ ਬਾਕਸ ਦੇ ਵਿੱਚ ਤੁਸੀਂ ਕੀ ਕਰਨਾ ਰਾਜੇ, ਤੁਸੀਂ ਮੈਨੂੰ ਇਹ ਦੱਸਣਾ ਜੋ ਕਿਰਿਆ ਵਿਸ਼ੇਸ਼ਣ ਕਿਰਿਆ ਦੇ ਕੰਮ ਹੋਣ ਦਾ ਸਮਾਂ ਦੱਸਣ ਉਸਨੂੰ ਕੀ ਕਹਿੰਦੇ ਆ। ਮੈਂ ਹੁਣੇ ਦੱਸ ਕੇ ਗਿਆ ਰਾਜੇ, ਨੂੰ ਕੀ ਕਹਿ ਦਿੰਦੇ ਆ? ਕਾਲਵਾਚਕ ਕਹਿੰਦੇ ਆ, ਸਥਾਨਵਾਚਕ, ਸੰਖਿਆਵਾਚਕ ਜਾਂ ਨਾਂਹਵਾਚੀ। ਕੀ ਕਹਿੰਦੇ ਆ ਜੀ? ਜਿਹੜੇ ਕਿਰਿਆ ਦਾ ਸਮਾਂ ਦੱਸਣ। ਇਹ ਤੁਸੀਂ ਮੈਨੂੰ ਕਮੈਂਟ ਕਰਨਾ ਹੈ। ਅੱਗੇ ਕਹਿੰਦਾ ਜੀ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਚੁਣੋ। ਸਥਾਨਵਾਚਕ ਕਿਹੜੇ ਆ ਰਾਜੇ? ਅੱਜ ਕੱਲ, ਪਰਸੋਂ, ਇੱਕ ਇੱਕ, ਦੋ ਦੋ, ਅੰਦਰ ਬਾਹਰ, ਕਿੱਧਰ, ਹੌਲੀ ਤੇਜ਼ ਘੱਟ। ਇਹ ਵੀ ਤੁਸੀਂ ਮੈਨੂੰ ਆਨਸਰ ਕਰਨਾ, ਬਹੁਤ ਸੌਖਾ। ਜੇ ਨਹੀਂ ਆਊਗਾ ਆਨਸਰ ਤਾਂ ਅਗਲੀ ਵੀਡੀਓ 'ਚ ਤੁਹਾਨੂੰ ਮੈਂ ਕਰਵਾਉਂਗਾ। ਕਹਿੰਦਾ ਜੀ ਅਸੀਂ ਬਾਹਰ ਖੜੇ ਹਾਂ ਲਕੀਰੇ ਸ਼ਬਦ ਵਿੱਚ ਕਿਰਿਆ ਵਿਸ਼ੇਸ਼ਣ ਦੀਆਂ ਕਿਸਮਾਂ ਦੱਸੋ। ਅਸੀਂ ਬਾਹਰ ਖੜੇ ਹਾਂ ਰਾਜੇ, ਕਾਲਵਾਚਕ ਹੈ, ਸਥਾਨਵਾਚਕ ਹੈ, ਪਰਿਮਾਣਵਾਚਕ ਹੈ ਜਾਂ ਪ੍ਰਕਾਰਵਾਚਕ ਹੈ। ਤਾਂ ਦੇਖੋ ਅਸੀਂ ਕਿੱਥੇ ਖੜੇ ਹਾਂ ਰਾਜੇ? ਬਾਹਰ ਖੜੇ ਹਾਂ, ਤੇ ਬਾਹਰ ਕੀ ਹੋ ਗਿਆ? ਆਪਣਾ ਇੱਕ ਸਥਾਨ ਹੋ ਗਿਆ। ਤਾਂ ਇਹਦਾ ਆਨਸਰ ਕੀ ਆ ਜਾਊਗਾ ਰਾਜੇ? ਤੁਹਾਡਾ ਸਥਾਨਵਾਚਕ ਆ ਜਾਊਗਾ, ਠੀਕ ਹੈ ਜੀ। ਇਹਦਾ ਆਨਸਰ ਮੈਂ ਕਰਵਾਤਾ। ਬਾਕੀ ਜਿਹੜੇ ਦੋ ਹੈਗੇ ਰਾਜੇ, ਇਹਨਾਂ ਦੋਵਾਂ ਦਾ ਆਨਸਰ ਤੁਸੀਂ ਮੈਨੂੰ ਕਰਨਾ ਹੈ। ਤੇ ਇੱਕ ਮੈਂ ਸਟਾਰਟਿੰਗ ਦੇ ਵਿੱਚ ਪੁੱਛਿਆ ਸੀਗਾ, ਸੰਪਰਦਾਨ ਕਾਰਕ ਪੁੱਛਿਆ ਸੀਗਾ। ਤਾਂ ਆਈ ਹੋਪ ਤੁਹਾਨੂੰ ਕਲਾਸ ਪਸੰਦ ਆਈ ਹੋਊਗੀ। ਕਲਾਸ ਛੋਟੀ ਜ਼ਰੂਰ ਹੈ ਬਟ ਬਹੁਤ ਹੀ ਜ਼ਿਆਦਾ ਤੁਹਾਡੇ ਵਾਸਤੇ ਲਾਹੇਵੰਦ ਹੈ, ਫਾਇਦੇਮੰਦ ਹੈ। ਤਾਂ ਜੇ ਵਧੀਆ ਲੱਗ ਰਹੀ ਹੈ ਕਲਾਸ, ਪਲੀਜ਼ ਲਾਈਕ, ਕਮੈਂਟ, ਸ਼ੇਅਰ ਤੇ ਚੈਨਲ ਨੂੰ ਨੱਪ ਲਓ, ਘੰਟੀ ਜੀ ਦੱਬ ਦਿਓ, ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਜਦੋਂ ਆਪਾਂ ਨਵੀਂ ਵੀਡੀਓ ਪਾਉਣੇ ਆ। ਬਾਕੀ ਕੋਈ ਗੱਲ ਨਹੀਂ, ਜਿਹੜੀ ਤੁਸੀਂ ਕਹਿ ਰਹੇ ਆ ਵੀ ਸਾਨੂੰ ਸੂਫੀਨਾਮਾ ਕਰਵਾ ਦਿਓ, ਸੂਫੀ ਕਾਵ ਨੂੰ ਲੈ ਕੇ ਮੈਂ ਬਹੁਤ ਡਿਟੇਲ ਦੇ ਵਿੱਚ ਲਿਖ ਰਿਹਾ। ਬਸ ਮੈਂ ਕੱਲ ਤੱਕ ਤੁਹਾਡੇ ਸਾਹਮਣੇ ਵੀਡੀਓ ਪੇਸ਼ ਹੋ ਜਾਊਗੀ। ਸੂਫੀਨਾਮਾ ਆਪਾਂ ਸ਼ਾਹ ਹੁਸੈਨ ਤੋਂ ਸ਼ੁਰੂ ਕਰਾਂਗੇ। ਤਾਂ ਕੁਐਸਚਨ ਆਇਆ ਸੀਗਾ ਲਾਸਟ ਟਾਈਮ ਤੇ ਵੀ ਕਾਫੀਆਂ, ਸਭ ਤੋਂ ਪਹਿਲਾਂ ਕਾਫੀਆਂ ਦੀ ਰਚਨਾ ਕਿਹਨੇ ਕੀਤੀ ਹੈ? ਤਾਂ ਸ਼ਾਹ ਹੁਸੈਨ ਨੇ ਕੀਤੀ ਹੈ। ਉੱਥੇ ਬੰਦੇ ਭੁਲੇਖਾ ਖਾ ਗਏ ਸੀ, ਬਾਬਾ ਫਰੀਦ ਜੀ ਦਾ ਨਾਮ ਲਿਖ ਕੇ ਆਏ ਨੇ। ਤਾਂ ਕੋਈ ਚਿੰਤਾ ਨਹੀਂ ਕਰਨੀ, 101% ਲੈਵਲ ਦਾ ਕਰਾਊਂਗਾ। ਦਿਮਾਗ ਦੇ ਖੋਪੜ ਖੋਲ ਦਾਂਗੇ। ਚਿੰਤਾ ਡੋਂਟ ਵਰੀ। ਥੈਂਕ ਯੂ।